ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੀ ਹੋ। ਅੰਮ੍ਰਿਤ ਵੇਲੇ ਦੀਵਾਨ ਦੀਆਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ, ਲਾਹਾ ਖੱਟ ਰਹੇ ਹੋ। ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਗਾਫਲ ਹਜੂਰੀ ਰਾਗੀ ਜਥੇ ਪਾਸੋਂ ਰਸਬਿੰਨਾ ਕੀਰਤਨ ਸਰਵਣ ਕਰ ਰਹੇ ਸੋ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ। ਇਹ ਸੰਤ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਿਣ। ਹੁਣ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣਗੇ। ਵਿਚਾਰਾਂ ਸਰਵਣ ਕਰੋ, ਲਾਹਾ ਖੱਟੋ, ਗੁਰੂ ਘਰ ਦੀਆਂ ਖੁਸ਼ੀਆਂ ਝੋਲੀਆਂ 'ਚ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸੁਣ ਮਨ ਅਕਥ ਕਥਾ ਹਰ ਨਾਮ, ਰਿਧ ਬੁੱਧ ਸਿੱਧ ਸੁਖ ਪਾਵਹਿ। ਭਜ ਗੁਰਮਤਿ ਹਰ ਰਾਮ ਰਾਮ, ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੋ ਸਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ। ਜਿਸ ਪਿਆਰੇ ਸਿਉ ਨਿਹ, ਤਿਸ ਆਗੇ ਮਰ ਚਲੀਐ। ਤ੍ਰਿਗ ਜੀਵਨ ਸੰਸਾਰ, ਤਾਕੈ ਪਾਛੈ ਜੀਵਨਾ। ਬੇਸ਼ੁਮਾਰ ਅਥਾਹ ਅਗਨਿਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ
ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਨਮਾਨਯੋਗ ਸਤਸੰਗੀ ਜਨੋ, ਟੋਡੀ ਰਾਗ ਦੇ ਅੰਦਰ ਦਰਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਅੱਜ ਦਾ ਮੁਕੱਦਸ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਇਸ ਹੁਕਮਨਾਮੇ ਦੀ ਅੰਤਰੀ ਵਿਚਾਰ, ਮੁੱਢਲੀ ਵਿਚਾਰ ਇਹ ਹੈ ਕਿ ਪ੍ਰਭੂ ਦੀ ਬੰਦਗੀ ਕਲਪਤ ਨਹੀਂ ਹੋ ਸਕਦੀ, ਅਕਲਪਤ ਹੀ ਕਰਨੀ ਪਏਗੀ। ਕਲਪਤ ਦਾ ਮਤਲਬ ਹੈ ਦਿਖਾਵੇ ਵਾਲੀ, ਝੂਠੀ, ਫਰੇਬ ਵਾਲੀ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪਹਿਲਾਂ ਪ੍ਰਭੂ ਦੇ ਚਰਨ ਹਿਰਦੇ ਵਿੱਚ ਵਸਣਗੇ ਤਾਂ ਸਿਮਰਨ ਹੋਏਗਾ, ਤੇ ਉਸ ਸਿਮਰਨ ਵਿੱਚੋਂ ਕੋਈ ਐਸਾ ਕਾਰਜ ਨਹੀਂ ਹੈ ਜਿਹੜਾ ਅਸਫਲ ਰਹਿ ਜਾਏ, ਅਧੂਰਾ ਰਹਿ ਜਾਏ। ਜਿਸ ਦਿਨ ਸਿੱਖ ਦੇ ਹਿਰਦੇ ਵਿੱਚ ਚਰਨ ਵਸ ਜਾਣਗੇ ਤੇ ਸਿੱਖ ਉਸ ਪ੍ਰਭੂ ਦਾ ਸਿਮਰਨ ਕਰਦਾ ਦੁਨੀਆ ਦੇ ਕਾਰਜ ਤੇ ਇੱਕ ਪਾਸੇ ਜੀਵਨ ਦਾ ਸਭ ਤੋਂ ਵੱਡਾ ਮਨੋਰਥ ਉਹ ਵੀ ਸਫਲ ਕਰਕੇ ਜਾਏਗਾ। ਰਹਾਉ ਦੀ ਤੁਕਾਂ ਨੇ ਹਰ ਹਰ ਚਰਨ ਹਿਰਦੈ ਉਰ ਧਾਰੈ। ਸ਼ਰਤ ਇਹ ਹੈ ਕਿ ਹਿਰਦੇ ਵਿੱਚ ਪ੍ਰਭੂ ਦਾ ਚਰਨ ਵਸੇ, ਪ੍ਰਭੂ ਦੀ ਬੰਦਗੀ ਵਸੇ, ਪ੍ਰਭੂ ਦੀ ਇਬਾਦਤ ਸ਼ਬਦ ਜ਼ੁਬਾਨੀ ਤੌਰ ਤੇ ਵਸਣਾ ਬਹੁਤ ਜ਼ਰੂਰੀ ਹੈ। ਆਰੰਭ ਜ਼ੁਬਾਨ ਤੋਂ ਹੀ ਹੋਏਗੀ। ਮੁਕੱਦਸ ਬਾਣੀ ਦਾ ਬਚਨ ਹੈ, ਰਸਨਾ ਜਪਤੀ ਤੂੰ ਹੀ ਤੂੰ ਹੀ, ਮਾਤ ਗਰਭ ਤੁਮ ਹੀ ਪ੍ਰਤਪਾਲਕ, ਮ੍ਰਿਤ ਮੰਡਲ ਇਤ ਤੂੰ ਹੀ। ਰਸਨਾ ਜਪਣਾ ਸ਼ੁਰੂ ਕਰੇਗੀ ਤੇ ਭਗਤ ਜੀ ਕਹਿੰਦੇ ਹੈ, ਰਸਨਾ ਰਵਤ ਸੁਨਤ ਸੁਖ ਸ਼ਰਵਣਾ, ਚਿਤ ਚੇਤੇ ਸੁਖ ਹੋਈ, ਕਹੋ ਭੀਖਣ ਦੋਇ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ। ਸਿਮਰਨ ਦੀ ਆਰੰਭਤਾ ਜ਼ੁਬਾਨ ਤੋਂ ਹੈ ਔਰ ਇਸ ਬਾਬਤ ਸਤਿਗੁਰ ਜੀ ਨੇ ਬੇਅੰਤ ਹੀ ਬਚਨ ਆਖੇ ਨੇ ਕਿ ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਤੇ ਫਿਰ ਕਾਰਜ ਵੀ ਤੇ ਸਫਲ ਹੁੰਦੇ ਆ। ਜੋ ਮੰਗਤ ਸੋਈ ਸੋਈ ਪਾਵਤ। ਪਰ ਕਿਵੇਂ? ਸੇਵ ਹਰ ਕੇ ਚਰਨ ਰਸਾਇਣ। ਮੰਗ ਦੀ ਪੂਰਤੀ ਚਰਨਾਂ ਦੀ ਪ੍ਰਾਪਤੀ ਤੋਂ ਬਿਨਾਂ ਨਹੀਂ ਹੋਣੀ। ਅਗਲਾ ਵਚਨ ਬਾਣੀ ਦੇ ਵਿੱਚ ਜਦ ਇਹ ਰਸਨਾ ਜਪਦੀ ਹੈ ਤੇ ਫਿਰ ਸੱਚੀ ਮੁੱਚੀ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ। ਜਿਹਵਾ ਨੇ ਜਪਣਾ ਹੈ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆਂ ਚਰਨ ਵਸਣਗੇ। ਰਤੇ ਜਾਣ ਦੇ ਨਾਲ ਹੀ ਸਤਿਗੁਰ ਸੇਤੀ ਰਤਿਆਂ ਦਰਗਹ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਥ ਕਹਿੰਦੇ ਖਜ਼ਾਨਾ, ਜਿਸਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ, ਵਿਰਲੇ ਕੇਈ ਕੇ। ਕੋਈ ਵਿਰਲਾ ਹੈ ਤੇ ਜਿਹੜਾ ਵਿਰਲਾ ਹੈ ਰੱਖੇ ਰੱਖਣ ਹਾਰ, ਆਪ ਉਬਾਰੀਆਂ। ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ। ਹੈ ਚਰਣੀ, ਭਾਵੇਂ ਗੁਰੂ ਦੀ ਪੈਰ, ਇਹ ਵੀ ਲਫ਼ਜ਼ ਵਰਤੇ ਹੈ। ਚਰਨ ਹਿਰਦੇ ਵਿੱਚ ਵਸਾਉਣੇ ਪੈਣੇ ਆ, ਗੁਰੂ ਦੇ ਚਰਨਾਂ ਵੱਲ ਜੁੜਨਾ ਪਏਗਾ। ਪ੍ਰਸ਼ਨ ਇਹ ਖੜਾ ਹੁੰਦਾ, ਚਰਨ ਕੀ ਹੈਗੇ? ਫਿਰ ਕਿਹੜੇ ਗੁਰੂ ਦੇ ਚਰਨਾਂ ਦਾ ਧਿਆਨ ਧਰੀਏ? ਅੱਖਾਂ ਅੱਗੇ ਕਿਹੜੇ ਚਰਨ ਲੈ ਕੇ ਆਈਏ? ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੁਆ, ਆਪ ਦਇਆਲ ਮਨੋ ਨਾ। ਤੇ ਜਿਹੜਾ ਮਨੋਂ ਨਹੀਂ ਵਿਸਾਰਦਾ, ਫਿਰ ਸਾਧ ਜਨਾ ਕਹਿ ਸੰਗ। ਬਸ ਫਿਰ ਆਪ ਤੇ ਤਰੇ ਨੇ ਉਹ ਗੁਰਮੁਖ ਪਿਆਰੇ, ਉਹਨਾਂ ਦੇ ਦਰਸ਼ਨ ਕੀਤਿਆਂ, ਉਹਨਾਂ ਦੀ ਸਹਬਤ ਮਾਣਿਆ, ਉਹਨਾਂ ਦੀ ਸੰਗਤ ਕੀਤਿਆਂ ਲੱਖਾਂ ਕਰੋੜਾਂ ਵੀ ਤਰ ਜਾਂਦੇ, ਭਵ ਸਾਗਰ ਤੋਂ ਤਾਰਨ ਵਾਲੇ ਨੇ। ਪਰ ਸ਼ਰਤ ਇਹ ਹੈ ਕਿ ਇਹ ਪ੍ਰਭੂ ਜੀ ਦੇ ਚਰਨ ਹਿਰਦੇ ਵਿੱਚ ਕਿਵੇਂ ਵਸਣ। ਪਰ ਸ਼ਰਤ ਤੇ ਇਹੀ ਹੈ ਨਾ ਭਾਈ ਕਿ ਜ਼ੁਬਾਨ ਤੋਂ ਜਪਣਾ ਪਏਗਾ। ਇਹ ਜਿਹਬਾ ਪ੍ਰਭੂ ਦੀ ਉਸਤਤ ਕਰੇ, ਨਹੀਂ ਤੇ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ।
ਸਿਰਫ ਔਰ ਸਿਰਫ ਬਾਣੀ ਦੇ ਇੰਨੇ ਸਾਰੇ ਪ੍ਰਮਾਣ ਕੋਈ ਵਿਦਵਤਾ ਦਾ ਪ੍ਰਗਟਾਵਾ ਨਹੀਂ ਸਾਧ ਸੰਗਤ ਜੀ। ਹੱਥ ਜੋੜ ਕੇ ਸਿਰਫ ਝੁਕ ਕੇ ਇਹੀ ਬੇਨਤੀ ਹੈ ਕਿ ਸਾਡੀ ਕਥਾ ਵੀ ਸਿਮਰਨ ਬਣ ਜਾਏ, ਇਹ ਕਥਾ ਵੀ ਪ੍ਰਭੂ ਦੀ ਬੰਦਗੀ ਬਣ ਜਾਏ। ਕੋਈ ਬਾਹਰ ਦਾ ਐਸਾ ਖਿਆਲ, ਕੋਈ ਫੁਰਨਾ ਨਾ ਆਏ ਜਿਹਦੇ ਕਰਕੇ ਇਹ ਮਨ ਜਿਹੜਾ ਹੈ ਹੋਰ ਪਾਸੇ ਭੱਜੇ। ਸ਼ਬਦ ਦਾ ਦਾਇਰਾ ਜਿੰਨਾ ਰੱਖ ਸਕੀਏ ਉਹਨਾਂ ਇਸ ਮਨ ਨੂੰ ਸ਼ਬਦ ਦੇ ਦਾਇਰੇ ਵਿੱਚ ਰੱਖੀਏ। ਆਓ, ਜਿੱਥੇ ਸਤਿਗੁਰ ਜੀ ਕਹਿੰਦੇ ਹੈ ਕਿ ਪ੍ਰਭੂ ਦੇ ਚਰਨ ਹਿਰਦੇ ਵਿੱਚ ਵਸਾਉਣ ਨਾਲ ਜਿੰਨਾ ਪੂਜਾ, ਜਿੰਨਾ ਤਪ, ਜਿੰਨਾ ਦਾਨ, ਜਿੰਨੀ ਬਾਹਰ ਦੀ ਦਿਖਦੇ ਪਸਾਰੇ ਵਾਲੀ ਬਿਰਤੀ ਹੈ, ਇਹ ਸਾਰੀ ਦੀ ਸਾਰੀ ਆ ਜਾਂਦੀ ਹੈ। ਤੇ ਉਸ ਪ੍ਰਭੂ ਦੇ ਗੁਣ ਗਾਉਣੇ, ਇੱਕ ਤੇ ਬਹੁਤ ਭਾਰਾ ਸੁਖ ਮਿਲਦਾ ਤੇ ਦੂਸਰੀ ਮੈਲ ਦੂਰ ਹੋ ਜਾਂਦੀ। ਆਓ ਜੀ ਵਿਚਾਰ ਆਰੰਭੀਏ। ਜਿਹੜਾ ਵਿਸ਼ਾ ਕੱਲ ਤੋਂ ਤੋਰਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 52 ਕਵੀ, ਉਹਨਾਂ ਦੀ ਵਿਚਾਰ ਵੀ ਕਰੀਏ। ਜਿੰਨੇ ਆਪ ਗੁਰੂ ਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਗੱਜ ਵੱਜ ਕੇ ਗੁਰੂ ਬਖਸ਼ੀ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬਹੁਤੇ ਕਵੀ ਐਸੇ ਆਂਦੇ ਸਨ ਮਹੀਨੇ ਛਮਾਈ 'ਚ, ਜਿਹੜੇ ਪਹਿਲੀ ਵਾਰੀ ਆਏ ਨੇ। ਔਰ ਸੱਚ ਤੇ ਇਹ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਵੇਲੇ ਗੁਰਤਾ ਗੱਦੀ ਤੇ ਬੈਠੇ ਨੇ, ਉਸ ਵੇਲੇ ਤੋਂ ਹੀ ਸਤਿਗੁਰ ਜੀ ਦਾ ਦਰਬਾਰ ਵਿਦਿਆ ਵਾਲੇ ਪੱਖ ਤੋਂ ਵੀ ਬਹੁਤ ਮਜ਼ਬੂਤ ਹੋਣਾ ਸ਼ੁਰੂ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਵੇਲੇ ਪਾਉਂਟਾ ਸਾਹਿਬ ਦੀ ਧਰਤੀ ਤੇ ਕੂਚ ਕਰਦੇ ਨੇ, ਉੱਥੇ ਥੋੜਾ ਸਮਾਂ ਰਹਿੰਦੇ ਨੇ, ਤੇ ਇਤਿਹਾਸ ਦੀ ਔਰ ਉਸ ਧਰਤੀ ਦੀ ਜਿਹੜੀ ਜੀਓਗ੍ਰਾਫਿਕਲ ਸੱਚਾਈ ਹੈ, ਜਿਹੜੀ ਗਰਾਊਂਡ ਰਿਐਲਿਟੀ ਹੈ, ਉਹ ਦੱਸਦੀ ਹੈ ਕਿ ਜਮਨਾ ਦੇ ਕੰਢੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਕਵੀਆਂ ਦੀ ਸਭਾ ਵੀ ਲਗਾਉਂਦੇ ਸਨ। ਇਹਦਾ ਮਤਲਬ ਸਤਿਗੁਰੂ ਜੀ ਦੇ ਕੋਲ ਕਵੀਆਂ ਦੀ ਆਮਦ ਸਤਿਗੁਰੂ ਜੀ ਦੀ ਗੁਰਤਾ ਗੱਦੀ ਤੇ ਬੈਠਣ ਤੋਂ ਹੀ ਸ਼ੁਰੂ ਹੋ ਗਈ ਸੀ। ਪਰ ਇਹ ਯਾਦ ਰੱਖਿਓ ਕਿ ਗੁਰੂ ਦਰ ਦੇ ਵਿੱਚ ਗੁਰੂ ਦੀ ਸ਼ੋਭਾ ਗਾਉਣ ਵਾਲੇ ਕਵੀ ਕੌਣ ਨੇ? ਸ਼ੋਭਾ ਹੀ ਤੇ ਗਾਉਣ ਵਾਲੇ ਨੇ। ਤੇ ਬਾਣੀ ਦੇ ਵਿੱਚ ਵੀ ਜਿੰਨੇ ਵੀ ਭੱਟਾਂ ਨੇ ਬਾਣੀ ਇਹ ਉਚਾਰੀ ਹੈ, ਉਹਨਾਂ ਨੇ ਆਪਣੇ ਆਪ ਨੂੰ ਕਵ ਹੀ ਆਖਿਆ, ਕਵੀ ਆਖਿਆ। ਕਵ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਇਹ ਗੱਲ ਪਕੜ ਦੇ ਵਿੱਚ ਲੈ ਕੇ ਆਇਓ ਕਿ ਗੁਰੂ ਘਰ ਦੇ ਵਿੱਚ ਗੁਰੂ ਦੇ ਸੋਹਲੇ ਗਾਉਣ ਵਾਲੇ, ਸਵੀਏ ਗਾਉਣ ਵਾਲੇ, ਉਸਤਤ ਗਾਉਣ ਵਾਲੇ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਤੋਂ ਹੀ ਨਹੀਂ ਸ਼ੁਰੂਆਤ ਹੋਈ। ਇਹ ਸ਼ੁਰੂਆਤ ਤੇ ਗੁਰੂ ਕਾਲ ਤੋਂ, ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਈ ਸੀ। ਕਿਉਂਕਿ ਗੁਰੂ ਅਮਰਦਾਸ ਜੀ ਦੇ ਸਨਮੁਖ ਵੀ ਭੱਟਾਂ ਨੇ ਆ ਕੇ ਆਖਿਆ ਸੀ, ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ। ਉਸਤਤ ਹੈ ਨਾ। ਤੇ ਜ਼ਿਕਰ ਕੀਤਾ ਮੈਂ ਕੌਣ? ਮੈਂ ਕਵੀ ਹਾਂ ਗੁਰੂ ਦੇ ਦਰ ਦਾ, ਜਿੱਥੇ ਕਵ ਲਫ਼ਜ਼ ਆ ਗਿਆ। ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਆਪ ਨੂੰ ਵੀ ਕਵੀ ਆਖਿਆ ਇਸ ਮੁਕੱਦਸ ਬਾਣੀ ਦੇ ਵਿੱਚ। ਇਹ ਵੀ ਬਚਨ ਵਰਤੇ ਗਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਬਤ। ਨਾਨਕ ਸਾਇਰ ਏਵ ਕਹਿਤ ਹੈ। ਹੁਣ ਸਾਇਰ ਲਫ਼ਜ਼ ਉਰਦੂ ਦੇ ਵਿੱਚ ਹੋ ਗਿਆ, ਕਵੀ ਲਫ਼ਜ਼ ਸੰਸਕ੍ਰਿਤ ਦੇ ਵਿੱਚ ਹੋ ਗਿਆ। ਅਰਥ ਤੇ ਇੱਕ ਰੱਖਦਾ ਹੈ। ਹਾਂ, ਪਰ ਗੁਰੂ ਨਾਨਕ ਸਾਹਿਬ ਕਿਸੇ ਅੱਗੇ ਖੜੇ ਹੋ ਕੇ ਉਹਦੀ ਉਸਤਤ ਨਹੀਂ ਗਾ ਰਹੇ। ਗੁਰੂ ਨਾਨਕ ਸਾਹਿਬ ਕੁਦਰਤ ਕਰਤਾਰ ਦੇ ਸਨਮੁਖ ਹੋ ਕੇ ਉਸ ਕਰਤੇ ਦੀ ਕੁਦਰਤ ਗਾ ਰਹੇ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਪਰ ਸਾਡੇ ਅੰਦਰ ਹਜੇ ਇੱਡੀ ਕਲਾ ਨਹੀਂ ਵਰਤੀ ਕਿ ਅਸੀਂ ਕਾਦਰ ਦੇ ਕਰਤੇ ਦੀ ਸਿਫਤ ਕਰੀਏ। ਪਰ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਸੀਖ ਦਿੱਤੀ ਹੈ ਕਿ ਕਾਦਰ ਦੀ ਜਿਹੜੀ ਇਹ ਕਰਤੇ ਦੀ ਕਾਦਰ ਹੈ, ਕੁਦਰਤ ਹੈ, ਇਹ ਬੜੀ ਅਸੀਮ ਹੈ। ਉਹਨੂੰ ਸਮਝਿਆ ਨਹੀਂ ਜਾ ਸਕਦਾ, ਬਸ ਉਹਨੂੰ ਮਾਣਿਆ ਜਾ ਸਕਦਾ ਹੈ। ਤੇ ਮਾਣਦੇ ਹੋਏ ਉਹਦੇ ਗੁਣਾਂ ਨੂੰ ਗਾ ਕੇ ਵਿਸਮਾਦ ਹੀ ਆਖਿਆ ਜਾ ਸਕਦਾ ਹੈ। ਤੇ ਮਹਾਰਾਜ ਜੀ ਦਾ ਬਚਨ ਹੈ, ਵਿਸਮਾਦ ਨਾਦ ਵਿਸਮਾਦ ਵੇਦ।
ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ। ਇੱਥੇ ਖੜ ਜਾਓ। ਰੂਪ ਤੇ ਰੰਗ ਵਿਸਮਾਦ ਨੇ। ਕਿਨੇ ਦੱਸਿਆ? ਪੂਰਨ ਸਤਿਗੁਰੂ ਨੇ। ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਈ। ਉਹਨਾਂ ਅੰਤਰ ਨਾਮ ਨਿਧਾਨ ਹੈ। ਜਪੋ ਜੀ, ਉਹਨਾਂ ਅੰਤਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ। ਇਹ ਕਹਿ ਦੇਣਾ ਕਿ ਗੁਰੂ ਸਾਹਿਬ ਦਾ ਜਨਮ ਹੋਇਆ, ਇਹ ਸ਼ੋਭਦਾ ਨਹੀਂ, ਪਰ ਸੱਚਾਈ ਇਹ ਹੈ ਕਿ ਗੁਰੂ ਪ੍ਰਗਟ ਹੀ ਹੋਏ ਇਸ ਸੰਸਾਰ ਦੇ ਵਿੱਚ। ਨਾਮ ਦੀ ਇਬਾਦਤ, ਜੇ ਨਾਮ ਦੀ ਪ੍ਰਾਪਤੀ ਜਾਂ ਨਾਮ ਦਾ ਪ੍ਰਚਾਰ ਨਹੀਂ ਹੁੰਦਾ ਤੇ ਫਿਰ ਗੁਰੂ ਆਮ ਲੋਕਾਂ ਦੀ ਤਰ੍ਹਾਂ ਉਮਰ ਭੋਗਣ ਵਾਸਤੇ ਹੀ ਆਉਂਦੇ। ਪਰ ਗੁਰੂ ਸਾਹਿਬ ਕਦੀ ਉਮਰ ਭੋਗਣ ਨਹੀਂ ਆਏ। ਜਿਹੜੀ ਉਮਰ ਦੇ ਵਿੱਚ ਉਹਨਾਂ ਦਾ ਮਨੋਰਥ ਪੂਰਾ ਹੋਇਆ ਹੈ, ਉਹ ਉਸੇ ਉਮਰ ਦੇ ਵਿੱਚ ਆਪਣੇ ਸਰੀਰੀ ਜਾਮੇ ਨੂੰ ਸੰਕੋਚ ਕੇ ਅਗਾਂਹ ਜੋਤ ਦਾ ਪ੍ਰਕਾਸ਼ ਕਰਕੇ ਗਏ। ਪਰ ਉਹ ਕਾਰਜ ਰੁਕੇ ਨਹੀਂ ਕਿ ਉਹ ਕਾਰਜ 10ਵੇਂ ਜਾਮੇ ਤੱਕ। ਮਹਾਰਾਜ ਜੀ ਨੇ ਇਹ ਕਾਰਜ ਏਡਾ ਵੱਡਾ ਦੇਤਾ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਸਤਿਗੁਰ ਜੀ ਦੀ ਛਤਰ ਛਾਇਆ ਹੇਠ, ਐਸੇ ਸਤਿਗੁਰ ਜੀ ਦੀ ਬਖਸ਼ਿਸ਼ ਹੇਠ ਸਚਾਈ ਤੇ ਇਹ ਹੈ ਕਿ ਹੁਣ ਬਣੀਏ ਅਸੀਂ ਕਵੀ, ਤੇ ਅਸੀਂ ਕਵੀ ਬਣ ਕੇ ਸਤਿਗੁਰ ਦੇ ਸੱਚੇ ਦਰਬਾਰ ਦੇ ਵਿੱਚ ਗੁਰੂ ਦੀ ਉਸਤਤ ਕਰੀਏ। ਪਰ ਇਹ ਉਸਤਤ ਬਾਹਰੋਂ ਕਿਸੇ ਲਫ਼ਜ਼ ਤੋਂ ਨਾ ਕਰੀਏ, ਇਹ ਉਸਤਤ ਸੱਚੀ ਬਾਣੀ ਤੋਂ ਹੀ ਕਰੀਏ। ਇਹ ਬਾਣੀ ਹੀ ਉਸਤਤ ਹੈ। ਪ੍ਰਭੂ ਦਾ ਸਿਮਰਨ ਕਰਨਾ ਕੱਲੀ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਉਸਤਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਨਮੁਖ ਜਿਸ ਵੇਲੇ ਕਵੀਆਂ ਨੇ ਇਹ ਸੁਣਿਆ ਕਿ ਸ਼ੋਭਾ ਇੰਨੀ ਭਾਰੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਸ਼ੋਭਾ ਤੇ ਇੱਕ ਪਾਸੇ ਕੋਈ ਕਵੀ ਦਰਬਾਰ ਦੇ ਵਿੱਚ ਆ ਜੇ, ਕੋਈ ਵਿਦਿਆ ਦੀ ਗੱਲ ਕਰਨ ਵਾਸਤੇ ਆ ਜੇ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਿਦਿਆ ਬੇਤਾ, ਵਿਦਿਆ ਦੇ ਪ੍ਰੇਮ ਕਰਨ ਵਾਲੇ, ਕਹਿੰਦੇ ਆਪਣਾ ਸਾਰਾ ਖਜ਼ਾਨਾ ਉਹਨਾਂ ਨੂੰ ਦੇ ਦਿੰਦੇ ਹੈ ਜਿਨ੍ਹਾਂ ਦੀ ਕਵਿਤਾ ਜਾਂ ਜਿਨ੍ਹਾਂ ਦੀ ਵਿਦਵਤਾ ਤੇ ਪ੍ਰਸੰਨ ਹੁੰਦੇ। ਬੜੀ ਵੱਡੀ ਬੜੀ ਭਾਰੀ ਗੱਲ ਸੀ। ਤੇ ਫਿਰ ਕਵੀਆਂ ਨੇ ਜਾਣਾ ਸ਼ੁਰੂ ਕੀਤਾ ਗੁਰੂ ਦੇ ਦਰਬਾਰ ਦੇ ਵਿੱਚ। ਭਾਵੇਂ ਲਾਲਚ ਹੋਏਗਾ, ਕਿਹਨੂੰ ਨਹੀਂ ਹੁੰਦਾ। ਅਸੀਂ ਵੀ ਤੇ ਲਾਲਚ ਵਸ ਬੈਠੇ ਹਾਂ। ਬਸ ਗੱਲ ਇਹ ਹੈ ਕਿ ਅਸੀਂ ਪਰਦਾ ਪਾਉਂਦੇ ਹਾਂ, ਪਰ ਸੱਚਾਈ ਇਹ ਹੈ ਕਿ ਇੱਥੇ ਕਾਮ ਆਰਥੀ ਸਵਾਰਥੀ ਇਹ ਵਾਲੀ ਅਵਸਥਾ ਸਾਡੀ ਹੈ। ਸਤਿਗੁਰ ਜੀ ਪਰ ਉਹਦੇ ਉੱਤੇ ਵੀ ਪਰਦਾ ਪਾਉਂਦੇ ਆ। ਵਾਕੀ ਪੈਜ ਸਵਾਰ ਦਿੰਦੇ ਆ ਉਹ ਸਤਿਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਕਵੀ ਆਏ ਤੇ ਸਹੀ ਉਸਤਤ ਕਰਨ ਵਾਸਤੇ, ਪਰ ਭਾਵੇਂ ਅੰਦਰ ਇਹ ਅਵਸਥਾ ਹੋਏ ਜਿਹੜੀ ਕੱਲ ਵਿਚਾਰੀ ਸੀ ਕਿ ਦਾਨਨ ਕੇ ਤੀਰ ਜਿਹੜੇ ਦਾਰਦ ਕੋ ਪੂਤ ਤੇਰੇ ਮਰਨੋਂ ਬਨਿਓ ਹੈ, ਆਜ ਕਰਕੇ ਸਲਾਮ ਹੂ ਜੋ ਕਵੀ ਹੀਰ ਸਿਓ। ਨਦਰ ਗੋਬਿੰਦ ਸਿੰਘ ਵਿਲਕ ਕरेंगे ਮੋਹੇ ਟੂਕ ਟੂਕ ਗਾਡੇ ਮਾਰੇ, ਦਾਨਨ ਕੇ ਤੀਰ ਸਿਓ, ਕਿ ਗਰੀਬੀ ਤੇ ਦਲਿੱਦਰਤਾ ਕੱਟ ਜਾਏਗੀ। ਪਰ ਇੱਕ ਗੱਲ ਜਿਹੜੀ ਕਵੀਆਂ ਨੂੰ ਨਹੀਂ ਪਤਾ ਸੀ, ਜਿਹੜੇ ਕਵੀ ਪਹਿਲੀ ਵਾਰ ਆਉਂਦੇ ਸੀ, ਕੀ ਆਏ ਤੇ ਸੀ ਕਿ ਕਵਿਤਾ ਸੁਣਾ ਕੇ ਉਸਤਤ ਕਰਕੇ ਖੁਸ਼ੀਆਂ ਲਵਾਂਗੇ। ਪਰ ਜਿਸ ਵੇਲੇ ਕਵਿਤਾ ਦੇ ਰਾਹੀਂ ਉਸਤਤ ਕਰਨ ਲੱਗੇ, ਇਹ ਵੀ ਪਤਾ ਲੱਗਣ ਲੱਗ ਗਿਆ ਕਵਿਤਾਵਾਂ ਨੂੰ, ਕਵੀਆਂ ਨੂੰ, ਉਥੇ ਭਾਈ ਕਵੀਆਂ ਨੂੰ, ਕਿ ਗੁਰੂ ਦੀ ਉਸਤਤ ਕੱਲੇ ਆਪਣੇ ਢਿੱਡ ਦੀ ਪੂਰਤੀ ਲਈ ਨਹੀਂ ਕਾਫੀ। ਸੱਚੀ ਮੁੱਚੀ ਜਿੰਨੀ ਕੋਈ ਗੁਰੂ ਦੀ ਉਸਤਤ ਕਰਦਾ ਹੈ, ਮਨ ਦੀ ਮੈਲ ਕੱਟਣੀ ਸ਼ੁਰੂ ਹੋ ਜਾਂਦੀ ਹੈ। ਇਹ ਨਹੀਂ ਸੀ ਪਤਾ ਕਵੀਆਂ ਨੂੰ, ਨਹੀਂ ਸੀ ਪਤਾ। ਤੇ ਤਾਈਓ ਇੱਕ ਕਵੀ ਨੇ ਆ ਕੇ ਕਹਿ ਦਿੱਤਾ ਕਿ ਜਿਸ ਵੇਲੇ ਉਹ ਕਵੀ 52 ਕਵੀਆਂ ਦੀ ਭਾਵ ਕਿ ਉਸ ਸਭਾ ਦਾ, ਉਸ ਲੌਬੀ ਦਾ ਹਿੱਸਾ ਬਣਿਆ ਨਾ, ਕੋਈ ਆਮ ਨਹੀਂ ਕਵੀ ਬਣ ਸਕਦਾ ਸੀ ਉਸ 52 ਕਵੀਆਂ ਦੀ ਲੌਬੀ ਦਾ ਹਿੱਸਾ। ਬੜੇ ਵਿਦਵਾਨ ਕਵੀ ਸਨ, ਬੜੇ ਇਮਤਿਹਾਨ ਸਨ। ਤੇ ਇੱਕ ਕਵੀ ਜਿਸ ਵੇਲੇ ਬਣਿਆ ਤੇ ਉਹਨੂੰ ਪਤਾ ਲੱਗਿਆ, ਆਇਆ ਤੇ ਮੈਂ ਕੁਝ ਲੈਣ ਵਾਸਤੇ ਸੀ, ਆਇਆ ਤੇ ਮੈਂ ਧਨ ਆਪਦਾ ਸਤਿਕਾਰ, ਕਿਉਂਕਿ ਸੁਣਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਕਵੀਆਂ ਨੂੰ ਖੁਸ਼ ਹੋ ਕੇ ਹਾਥੀ ਵੀ ਦੇ ਦਿੰਦੇ। ਔਰ ਇਸ ਧਰਤੀ ਤੇ ਗੁਰੂ ਪਿਆਰਿਓ ਸੱਚ ਜਾਣਿਓ, ਵਿਦਿਆ ਦੇ ਪਾਰਖੂ ਨਹੀਂ ਹੈਗੇ, ਕੋਈ ਨਹੀਂ ਹੈਗਾ ਵਿਦਿਆ ਦਾ ਪਾਰਖੂ। ਹਾਂ,
ਜੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸਨ ਤੇ ਸਨ। ਗੁਰੂ ਨਾਨਕ ਸਾਹਿਬ ਨੇ ਕੱਲ ਰਾਤੀ ਵੀ ਇਹ ਸਾਖੀ ਕੀਤੀ ਸੀ। ਭਾਈ ਮਰਦਾਨੇ ਨੇ ਕਿਹਾ ਸੀ ਕਿ ਗੁਰੂ ਬਾਬਾ ਜੀ ਕੋਈ ਹੱਥ ਦੀਆਂ ਤਲੀਆਂ ਸਾਡੇ ਚਰਨਾਂ ਦੇ ਥੱਲੇ ਰੱਖ ਦਿੰਦਾ ਤੇ ਕੋਈ ਸਾਨੂੰ ਵੱਟੇ ਮਾਰਦਾ, ਇਹਦੀ ਗੱਲ ਹੀ ਨਹੀਂ ਸਮਝ ਆਈ। ਜਿੱਥੋਂ ਤੁਸੀਂ ਲੰਘਦੇ ਹੋ ਕੋਈ ਆਪਣਾ ਆਪ ਵਾਰਨ ਨੂੰ ਤਿਆਰ ਹੈ ਤੇ ਕੋਈ ਤੁਹਾਨੂੰ ਭੂਤਨਾ ਬੇਤਾਲਾ ਕਹਿੰਦਾ। ਇਹ ਕੀ? ਮਹਾਰਾਜ ਜੀ ਨੇ ਪਾਟਲੀ ਪੁੱਤਰਾ ਇੱਕ ਲਾਲ ਦਿੱਤਾ ਸੀ, ਉਹ ਮਾਣਕ ਮੋਤੀ, ਕਹਿੰਦੇ ਇਹਦੀ ਕਦਰ ਪਵਾ ਕੇ ਲਿਆ। ਜਦ ਮਰਦਾਨਾ ਵਾਪਸ ਆਇਆ ਕਹਿੰਦੇ ਪਤਾ ਲੱਗਿਆ ਕਦਰ? ਕਹਿੰਦੇ ਜਿਹਨੂੰ ਜਿਸ ਚੀਜ਼ ਦੀ ਕਦਰ ਨਹੀਂ ਹੈ ਉਹਦਾ ਮੁੱਲ ਇੱਕ ਲੱਡੂ ਜਾਂ 2 ਗਜ ਕੱਪੜਾ ਹੀ ਪਾਏਗਾ, ਪਰ ਜਿਹਨੂੰ ਕਦਰ ਹੈ ਉਹ ਇਹਦੇ ਦਰਸ਼ਨ ਕਰਨ ਦੇ ਵੀ 100 ਰੁਪਇਆ ਦੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਕਦਰ ਸੀ ਵਿਦਿਆ ਦੀ। ਵਿਦਿਆ ਬੇਤੇ ਸਨ ਤੇ ਇੰਨੀ ਕਦਰ ਕਰਦੇ ਸਨ, ਜੇ ਕੋਈ ਕਵੀ ਪਹਿਲੀ ਵਾਰ ਵੀ ਆਇਆ, ਕੱਲ ਜ਼ਿਕਰ ਕੀਤਾ ਸੀ ਹੰਸ ਰਾਮ ਕਵੀ ਪਹਿਲੀ ਵਾਰ ਆਇਆ, ਉਹਨੇ ਆਪਣਾ ਨਾਮ ਦੱਸਿਆ, ਮੇਰਾ ਨਾਮ ਹੰਸ ਰਾਮ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹੰਸ ਰਾਮ ਜੀ। ਪਹਿਲਾਂ ਤੇ ਉਹ ਆਪਣਾ ਨਾਮ ਸੁਣ ਕੇ ਹੈਰਾਨ ਹੋ ਗਿਆ, ਭਰੇ ਦਰਬਾਰ 'ਚ ਮੈਨੂੰ ਜੀ ਕਹਿਣ ਵਾਲਾ ਕੌਣ ਆਇਆ? ਗੁਰੂ ਗੋਬਿੰਦ ਸਿੰਘ ਸਾਹਿਬ ਮੈਨੂੰ ਹੰਸ ਰਾਮ ਜੀ ਕਹਿ ਰਹੇ ਨੇ। ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕੰਨ ਮੇਰੇ ਆਕੀ ਨਹੀਂ ਹੈਗੇ ਹੰਸ ਰਾਮ ਜੀ ਸੁਣਨ ਦੇ। ਜਦ ਦਾ ਜੰਮਿਆ ਬਹੁਤ ਲਤਾੜਿਆ ਹੋਇਆ, ਬਹੁਤ ਗਰੀਬ ਆ, ਬੜਾ ਸਤਾਇਆ। ਪਿੰਡ ਦੇ ਵਿੱਚ ਕੋਈ ਹੰਸੂ ਤੋਂ ਉੱਤੇ ਮੈਨੂੰ ਨਹੀਂ ਕਹਿੰਦਾ, ਭਾਵੇਂ ਵੱਡਾ ਹੈ ਤੇ ਭਾਵੇਂ ਛੋਟਾ ਹੈ, ਉਹ ਵੀ ਮੈਨੂੰ ਹੰਸੂ ਆਵਾਜ਼ ਮਾਰ ਕੇ ਕਰਦਾ ਹੈ। ਪਰ ਸਤਿਗੁਰ ਜੀ ਤੁਸੀਂ ਹੰਸ ਰਾਮ ਜੀ ਕਹਿ ਰਹੇ ਹੋ। ਇਹ ਸਤਿਗੁਰ ਦੇ ਦਰਬਾਰ ਦੀ ਐਸੀ ਉਸਤਤ ਹੈ। ਤੇ ਸਤਿਗੁਰ ਨੇ ਹਾਥੀ ਦਿੱਤਾ, 18,000 ਰਜਤ ਬਣਦੇ, ਉਹਨੂੰ ਚਾਂਦੀ ਦੇ ਸਿੱਕੇ ਦਿੱਤੇ। ਇੰਨੀ ਕੁ ਸ਼ੋਭਾ, ਇੰਨੀ ਕੁ ਵਿਦਿਆ ਦੇ ਬੇਤੇ, ਵਿਦਿਆ ਦੇ ਪਾਰਖੂ, ਵਿਦਿਆ ਦੇ ਕਦਰਦਾਨ। ਤੇ ਉੱਥੇ ਇੱਕ ਕਵੀ ਕਹਿੰਦਾ ਕਿ ਕੱਲੇ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਤੇ ਅਸੀਂ ਕੁਝ ਲੈਣ ਵਾਸਤੇ ਸੀ, ਬਾਹਰ ਦਾ ਧਨ, ਬਾਹਰ ਦੀ ਸ਼ੋਭਾ ਉਸਤਤ ਕਰਕੇ ਖੁਸ਼ੀ ਲਵਾਂਗੇ, ਪਰ ਸਾਨੂੰ ਇਹ ਪਤਾ ਲੱਗਿਆ ਕਿ ਚਾਦਰ ਮੈਲੀ ਸਾਬਣ ਥੋੜਾ। ਇਹ ਬਚਨ ਕੀਤੇ ਕਵੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਖੜੇ ਹੋ ਕੇ, ਕਿ ਉਸ ਦਿਨ ਪਤਾ ਲੱਗਿਆ ਕਿ ਕੱਲਾ ਗੁਰੂ ਦੀ ਸ਼ੋਭਾ ਕਰਨੀ, ਗੁਰੂ ਤੋਂ ਲੈਣ ਵਾਸਤੇ ਨਹੀਂ ਆਏ ਬਾਹਰ ਦੇ। ਸੱਚੀ ਮੁੱਚੀ ਇਹ ਨਹੀਂ ਪਤਾ ਲੱਗਦਾ ਕਿ ਸ਼ੋਭਾ ਕਰਦੇ ਕਰਦੇ ਮਨ ਕਿਵੇਂ ਨਿਰਮਲ ਹੋ ਜਾਂਦਾ, ਮਨ ਦੇ ਅੰਦਰ ਦੇ ਵਿਕਾਰ ਕਿਵੇਂ ਕੱਟ ਜਾਂਦੇ ਆ। ਉਹ ਕਹਿੰਦਾ ਚਾਦਰ ਮੈਲੀ ਸਾਬਨ ਥੋੜਾ, ਕਹਿੰਦੇ ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲਗੇ ਇਸ ਉੱਪਰ, ਪਾਤਸ਼ਾਹ ਮੈਂ ਕਿਹੜਾ ਕਿਹੜਾ ਧੋਵਾਂ। ਇਹ ਬਚਨ ਬੜਾ ਕੀਮਤੀ ਹੈ ਇੱਕ ਕਵੀ ਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਭਾਵੇਂ ਕਿ ਇਤਿਹਾਸਕਾਰ ਇਹ ਦੱਸਦੇ ਨੇ ਇਸ ਕਵਿਤਾ ਬਾਬਤ ਕਿ ਇਹ ਕਵਿਤਾ ਜਿਸ ਵੇਲੇ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਸਾਰਾ ਕੁਝ ਵਾਰ ਕੇ ਆਏ ਨੇ, ਤੇ ਇੱਕ ਕਵੀ ਸਤਿਗੁਰੂ ਜੀ ਨੂੰ ਜੰਗਲਾਂ ਵਿੱਚ ਮਿਲਿਆ ਤੇ ਗੁਰੂ ਦੇ ਦਰਸ਼ਨ ਕਰਦਿਆਂ ਉਹਨੇ ਇਹ ਭੇਟ ਕੀਤੀ ਕਿ ਸਤਿਗੁਰੂ ਜੀ ਸਾਨੂੰ ਦਰਬਾਰ ਦੇ ਵਿੱਚ ਨਹੀਂ ਪਤਾ ਲੱਗਿਆ ਕਿ ਸਾਡੀ ਮੈਲ ਧੁਲ ਗਈ। ਜਿਸ ਵੇਲੇ ਅਸੀਂ ਦਰਬਾਰ ਤੋਂ ਘਰਾਂ ਵੱਲ ਆਇਆ, ਸਾਨੂੰ ਪਤਾ ਲੱਗਿਆ ਕਿ ਅਸੀਂ ਉਹ ਨਹੀਂ ਰਹੇ ਜਿਹੜੇ ਤੁਰੇ ਸਾਂ, ਪਰ ਵਾਪਸ ਆਇਆ ਸਾਡੇ ਅੰਦਰ ਬਹੁਤ ਤਬਦੀਲੀ ਆ ਗਈ, ਬਹੁਤ ਤਬਦੀਲੀ। ਤੇ ਦੂਸਰਾ ਜ਼ਿਕਰ ਕੱਲ ਕੀਤਾ ਸੀ ਕਿ ਇੱਕ ਕਵੀ ਐਸੇ ਵੀ ਸਨ ਜਿਹੜੀ ਹਉਮੈ ਤੇ ਅਹੰਕਾਰ ਵਾਲੀ ਬਿਰਤੀ ਗੁਰੂ ਦਰ ਤੇ ਲੈ ਕੇ ਆਉਂਦੇ ਸਨ ਕਿ ਮੇਰੇ ਤੋਂ ਸਿਆਣਾ ਕੌਣ ਹੈ। ਅਸੀਂ ਵੀ ਕਈ ਵਾਰੀ ਅਹੰਕਾਰੇ ਹੋਏ ਆਉਂਦੇ ਹਾਂ ਕਿ ਅਸੀਂ ਗੱਲ ਕਰਾਂਗੇ, ਇਹ ਕਰਾਂਗੇ, ਪਰ ਸੱਚ ਜਾਣਿਓ ਗੁਰੂ ਪਿਆਰਿਓ ਕਿ ਗੁਰੂ ਦੀ ਕਲਾ ਐਸੀ ਵਰਤਦੀ ਹੈ, ਜਿੰਨੀ ਮਰਜ਼ੀ ਤਿਆਰੀ ਕਰ ਆਈਏ ਕਈ ਵਾਰੀ ਸਿਖਰ ਤੋਂ ਸਿਫਰ ਹੋ ਜਾਈਦਾ। ਪਰ ਜਿਸ ਵੇਲੇ ਕਹਿ ਦੇਈਦਾ ਸਤਿਗੁਰ ਜੀ ਜ਼ੁਬਾਨ ਮੇਰੀ ਤੇ ਗਿਆਨ ਤੁਹਾਡਾ, ਤੇ ਉਸ ਵੇਲੇ ਸਤਿਗੁਰੂ ਸਿਫਰ ਤੋਂ ਸਿਖਰ ਤੱਕ ਵੀ ਲੈ ਜਾਂਦੇ। ਇਹ ਗੁਰੂ ਦੇ ਘਰ ਦੇ ਚੋਜ ਨੇ। ਉੱਥੇ ਇੱਕ ਕਵੀ ਆਇਆ, ਆਪਣੇ ਆਪ ਨੂੰ ਦੱਸਦਾ ਚੰਦਨ। ਇਹ ਸੁਣਿਓ ਜੀ, ਬੜੇ ਕੀਮਤੀ ਬਚਨ ਨੇ, ਕਿਉਂਕਿ ਇਹ ਲੜੀ ਚਲੀ ਹੋਈ ਹੈ ਕਵੀਆਂ ਦੀ। ਤੇ ਕੱਲ ਹੰਸ ਰਾਮ ਦਾ ਜ਼ਿਕਰ ਹੋਇਆ, ਇਸ ਤੋਂ ਬਾਅਦ ਇੱਕ ਹੀਰ ਕਵੀ ਦਾ ਹੋਇਆ। ਹੀਰ ਨੇ ਜਿਸ ਕਵੀ ਦੀ ਸ਼ੋਭਾ ਕੀਤੀ ਉਹਦਾ ਹੋਇਆ। ਤੇ ਅੱਜ ਚੌਥੇ ਤੇ ਪੰਜਵੇਂ 5 ਕਵੀਆਂ ਦਾ ਹੋਰ ਜ਼ਿਕਰ ਕਰਦੇ ਹਾਂ। ਉਹ ਕਹਿੰਦਾ ਜੀ ਮੇਰਾ ਨਾਮ ਚੰਦਨ ਹੈ, ਕਵੀ ਦਰਬਾਰ ਸਜਿਆ ਸ਼ਾਮ ਦੀ ਤਰ੍ਹਾਂ ਸਤਿਗੁਰੂ ਜੀ ਦੇ ਦਰ ਤੇ ਬੜਾ ਔਖਾ ਜਿਹਾ ਹੋ ਕੇ ਆਇਆ, ਬੜਾ ਭਾਰਾ ਜਿਹਾ ਨਖਰੇ ਜੇ ਕਰੇ। ਮਹਾਰਾਜ ਨੇ ਸਾਰੇ ਕਵੀਆਂ ਦੀ ਕਵਿਤਾਵਾਂ ਸੁਣੀਆਂ
ਕਿਸੇ ਨੂੰ ਕੁਝ ਦਿੱਤਾ, ਕਿਸੇ ਨੂੰ ਕੁਝ, ਕਿਸੇ ਨੂੰ ਖੁਸ਼ੀਆਂ, ਕਿਸੇ ਨੂੰ ਅਸੀਸਾਂ। ਯਾਦ ਰੱਖਿਓ, ਗੁਰੂ ਪਦਾਰਥ ਖੁਸ਼ ਹੋ ਕੇ ਦਿੰਦੇ ਨੇ, ਪਰ ਜਦ ਗੁਰੂ ਸਾਹਿਬ ਬਹੁਤੇ ਖੁਸ਼ ਨੇ ਨਾ, ਫਿਰ ਪਦਾਰਥ ਨਹੀਂ ਦਿੰਦੇ, ਫਿਰ ਅਸੀਸਾਂ ਦਿੰਦੇ ਸੀ। ਕਿਉਂਕਿ ਗੁਰੂ ਕੀਆਂ ਅਸੀਸਾਂ ਦੁਨੀਆ ਦੇ ਪਦਾਰਥਾਂ ਨਾਲੋਂ ਬਹੁਤ ਵੱਡੀਆਂ ਨੇ। ਇੱਕ ਸਾਖੀ ਵੀ ਕੀਤੀ ਸੀ, ਇੱਕ ਬਹੁਤ ਵੱਡਾ ਕਾਰੋਬਾਰੀ ਸੀ, ਇਹ ਭਾਈ ਵੀਰ ਸਿੰਘ ਦਾ ਜ਼ਿਕਰ ਕਰਦੇ ਆ, ਪਰ ਸਮਾਂ ਹੁਣ ਵਿਸ਼ਾ ਨਾ ਬਦਲ ਜਾਏ, ਮੈਂ ਬਸ ਇਸ਼ਾਰਾ ਕਰਕੇ ਜਾਵਾਂ। ਉਹਦਾ ਪਿਤਾ ਮਰਨ ਲੱਗਿਆ ਕਹਿਣ ਲੱਗਾ ਕਿ ਅੱਜ ਅਸੀਂ ਜੋ ਵੀ ਕੁਝ ਹਾਂ ਆਨੰਦਪੁਰ ਸਾਹਿਬ ਦੇ ਵਾਸੀ ਕਰਕੇ ਹਾਂ। ਹੁਣ ਉਹਦੇ ਪੁੱਤਰ ਨੂੰ ਸਮਝ ਨਾ ਆਏ ਕਿ ਮੇਰਾ ਪਿਤਾ ਕਿਹਦੀ ਗੱਲ ਕਰਦਾ, ਕਿਹਦੀ ਗੱਲ ਕਰਦਾ, ਕਿਹੜਾ ਆਨੰਦਪੁਰ ਦਾ ਵਾਸੀ। ਉਹ ਕਹਿੰਦਾ ਠੀਕ ਹੈ, ਪੈਸਾ ਬਹੁਤ ਸੀ, ਦੌਲਤ ਬਹੁਤ ਸੀ, ਕਾਰੋਬਾਰ ਬੜਾ ਹੋ ਗਿਆ। ਪਿਤਾ ਜਾਣ ਲੱਗਿਆ ਤੇ ਜਾਂਦੇ ਜਾਂਦੇ ਕਹਿ ਗਿਆ ਕਿ ਭਾਈ ਉਹ ਥਾਂ ਤੇ ਤੂੰ ਮਿੱਟੀ ਪੱਟੀ, ਜਿਹੜਾ ਖਜ਼ਾਨਾ ਉੱਥੇ ਦਬਿਆ ਹੋਇਆ ਨਾ, ਮੈਂ ਇਕੱਠਾ ਕੀਤਾ ਦਸਵੰਧ ਉੱਥੇ ਸਾਰੀ ਜ਼ਿੰਦਗੀ ਦਾ, ਇਹ ਤੂੰ ਨਹੀਂ ਰੱਖਣਾ, ਇਹ ਤੇਰਾ ਨਹੀਂ ਹੈ, ਇਹ ਹੱਕ ਤੇਰਾ ਨਹੀਂ ਹੈ। ਜੇ ਖੁਸ਼ੀ ਲੈਣੀ ਹੈ ਤੇ ਇਹ ਆਨੰਦਪੁਰ ਸਾਹਿਬ ਦੇ ਵਾਸੀ ਦਾ, ਉਹਦੇ ਚਰਨਾਂ 'ਚ ਭੇਟ ਕਰਕੇ ਆਈ। ਬੜੀ ਵਿਡੰਬਣਾ 'ਚ ਪੈ ਗਿਆ, ਇੰਨਾ ਖਜ਼ਾਨਾ ਪਤਾ ਨਹੀਂ ਕਿਹਨੂੰ ਦੇਣ ਲੱਗੇ ਖਰੇ, ਲਾਲਚ ਆ ਗਿਆ ਮਨ ਦੇ ਵਿੱਚ। ਪਰ ਕੀ ਕਰੀਏ, ਹੁਣ ਮਜਬੂਰ ਹੈ, ਪਿਤਾ ਦਾ ਆਖਿਆ ਹੋਇਆ ਵਚਨ ਹੈ ਆਖਰੀ। ਹੁਣ ਤੁਰ ਪਿਆ ਪਿਤਾ ਦੇ ਜਾਣ ਤੋਂ ਬਾਅਦ ਕਿ ਦੇ ਕੇ ਆਉਣਾ, ਕਿੱਥੇ ਪਹਾੜਾਂ ਦੇ ਪਹਾੜਾਂ ਲੰਘ ਕੇ ਉਹ ਕਿੱਥੇ ਆਨੰਦਪੁਰ ਸਾਹਿਬ ਦੇ ਉਸ ਥਾਂ ਤੇ ਪਹੁੰਚਿਆ, ਮੁਕੱਦਸ ਥਾਂ ਤੇ, ਜਿੱਥੇ ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੈਠੇ ਨੇ। ਦਰਬਾਰ ਹੈ, ਚਰਨਾਂ 'ਚ ਲੱਖਾਂ ਰੁਪਏ ਦੀਆਂ ਭੇਟਾਂ ਰੱਖੀਆਂ। ਮਨ 'ਚ ਸੀ ਪਤਾ ਨਹੀਂ ਲੱਖਾਂ ਰੁਪਏ ਰੱਖਣਿਆ, ਗੁਰੂ ਪਤਾ ਨਹੀਂ ਕੀ ਕੀ ਦੇ ਦੇਗਾ, ਕੀ ਕੁਝ ਲੈ ਕੇ ਆਵਾਂਗਾ ਗੁਰੂ ਦੇ ਵੱਟੇ। ਗੁਰੂ ਨੇ ਸਿਰਫ ਇੱਕ ਲਫ਼ਜ਼ ਦਿੱਤਾ ਕਿ ਜਾ ਸਿੱਖਾ, ਤੈਨੂੰ ਅਸੀਂ ਰੱਜ ਰੱਜ ਕੇ ਖੁਸ਼ੀਆਂ ਦਿੱਤੀਆਂ, ਸਾਡੀਆਂ ਖੁਸ਼ੀਆਂ ਤੇ ਅਸੀਸਾਂ ਤੇਰੇ ਨਾਲ ਹੈ। ਉਹਨੂੰ ਸਮਝ ਨਹੀਂ ਆਇਆ ਇਹ ਕੀ ਹੋਇਆ ਮੇਰੇ ਨਾਲ, ਧੋਖਾ ਹੋ ਗਿਆ ਮੇਰੇ ਨਾਲ, ਮੈਂ ਕੀ ਕਰਾਂਗਾ ਖੁਸ਼ੀਆਂ ਤੇ ਅਸੀਸਾਂ। 2 ਦਿਨ ਹੋਰ 3 ਦਿਨ ਉਡੀਕਦਾ ਰਿਹਾ ਕਿ ਸ਼ਾਇਦ ਅੱਜ ਨਹੀਂ, ਕੱਲ ਨਹੀਂ, ਵਾਰੀ ਵਾਰੀ ਗੁਰੂ ਦੇ ਅੱਗੇ ਅੱਗੇ ਆਏ। ਸ਼ਾਇਦ ਗੁਰੂ ਨੂੰ ਚੇਤਾ ਨਾ ਹੋਏ ਕਿ ਮੈਂ ਲੱਖਾਂ ਰੁਪਏ ਦਿੱਤੇ ਨੇ, ਮੈਂ ਇੰਨੀ ਕੁ ਸੇਵਾ ਕੀਤੀ ਹੈ, ਮੈਂ ਇੱਥੋਂ ਆਇਆ ਤੁਰ ਕੇ, ਮੈਂ ਇੰਨਾ ਧਨ ਦੇਤਾ। ਨਹੀਂ ਬਣੀ ਨਾ ਗੱਲ, ਤੁਰ ਗਿਆ ਵਾਪਸ, ਕਹਿੰਦਾ ਮੈਂ ਜਾ ਰਿਹਾ ਇਜਾਜ਼ਤ ਲੈ ਕੇ। ਸਤਿਗੁਰ ਕਹਿੰਦੇ ਤੇਰੇ ਲਈ ਬਹੁਤ ਖੁਸ਼ੀਆਂ, ਜਾ, ਗੁਰੂ ਦੀਆਂ ਅਸੀਸਾਂ ਸਦਾ ਤੇਰੇ ਨਾਲ ਨੇ। ਜਦ ਇੱਕ ਦਿਨ ਦਾ ਸਫ਼ਰ ਲੰਘਿਆ ਤੇ ਪੁਰਾਤਨ ਸਮੇਂ 'ਚ ਜਦ ਸਿੱਖ ਗੁਰੂ ਦੇ ਦਰਸ਼ਨ ਕਰਨ ਆਉਂਦੇ ਸੀ, ਰਸਤਿਆਂ ਤੇ ਠਹਿਰ ਕੇ ਜਾਂਦੇ ਸੀ ਸੰਗਤਾਂ ਦੇ ਘਰ। ਥਾਂ ਥਾਂ ਤੇ ਕੋਈ ਕਿਸੇ ਇਲਾਕੇ ਤੋਂ ਆ ਰਿਹਾ ਤੇ ਉੱਥੇ ਸਰਾਵਾਂ ਗੁਰੂ ਨੇ ਬਣਾਈਆਂ ਸਨ। ਆਹ ਜਿਹੜੀ 22 ਮੰਜੀਆਂ ਥਾਪੀਆਂ ਗਈਆਂ ਨੇ ਨਾ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਜਾਂ ਗੁਰੂ ਅਰਜੁਨ ਸਾਹਿਬ ਤੱਕ, ਇਹ ਇਕੱਲੇ ਪ੍ਰਚਾਰ ਦੀਆਂ ਮੰਜੀਆਂ ਨਹੀਂ ਸਨ। ਸਤਿਗੁਰੂ ਜੀ ਨੇ ਜਿੱਥੇ ਜਿੱਥੇ ਪ੍ਰਚਾਰਕ ਸਨ ਉਹਨਾਂ ਦੇ ਘਰਾਂ ਨੂੰ ਸਰਾਵਾਂ ਵੀ ਬਣਾਇਆ ਕਿ ਜੇ ਕੋਈ ਇੱਥੇ ਗੁਰੂ ਕੇ ਦਰਸ਼ਨ ਕਰਨ ਆਉਣ ਲੱਗਿਆ ਜਾਂ ਜਾਉਣ ਲੱਗਿਆ, ਸਾਧਨ ਤੇ ਬਹੁਤ ਨਹੀਂ ਹੈਗੇ, ਜੇ ਕੋਈ ਆ ਕੇ ਰੁਕੇ ਤੇ ਤੁਸੀਂ ਠਹਿਰਾਉਣਾ ਜ਼ਰੂਰ ਹੈ, ਉਹਦੀ ਪ੍ਰਸ਼ਾਦਾ ਪਾਣੀ ਦੀ ਸੇਵਾ ਜ਼ਰੂਰ ਕਰਨੀ ਹੈ ਜਿਹੜਾ ਗੁਰੂ ਕੇ ਦਰਸ਼ਨਾਂ। ਰਾਤੀ ਇੱਕ ਪਿੰਡ 'ਚ ਰੁਕਿਆ, ਜਿਹਦੇ ਘਰ ਰੁਕਿਆ ਬਹੁਤ ਪਰਿਵਾਰ ਗਰੀਬ ਸੀ। ਹੁਣ ਇਹ ਤੇ ਬਹੁਤ ਅਮੀਰ ਬੰਦਾ ਜਿਹੜਾ ਮਖਮਲੀ ਬਿਸਤਰਿਆਂ 'ਤੇ ਸੌਂਦਾ ਹੈ, ਪਰ ਉਹਨੇ ਦੇਖਿਆ ਗੁਰੂ ਲਈ ਇੰਨਾ ਪਿਆਰ। ਉਸ ਬੀਬੀ ਨੇ ਪ੍ਰਸ਼ਾਦਾ ਗੁਰੂ ਗੁਰੂ ਕਰਕੇ ਬਣਾਇਆ, ਸਾਰੇ ਪਰਿਵਾਰ, ਦੋਨੋਂ ਦੰਪਤੀ ਨੇ ਗੁਰੂ ਗੁਰੂ ਕਰਕੇ ਛਕਿਆ। ਉਹ ਭਾਵੇਂ ਜ਼ਮੀਨ ਤੇ ਸੌਂ ਗਏ, ਬੰਦੇ ਨੂੰ ਜਿਹੜਾ ਆਇਆ ਸੀ ਉਹ ਸਿੱਖ, ਉਹਨੂੰ ਮੰਜੇ ਤੇ ਵਿਛਾਇਆ, ਬੜਾ ਸਤਿਕਾਰ ਕੀਤਾ। ਉਹਦਾ ਇੱਕ ਦਿਨ ਹੋਰ ਰਹਿਣ ਨੂੰ ਮਨ ਕਰ ਗਿਆ, ਕਹਿੰਦਾ ਇੰਨਾ ਸਤਿਕਾਰ ਕੀ ਇਹ ਝੂਠਾ ਹੈ ਕਿ ਸੱਚਾ ਹੈ, ਦੇਖ ਲਵਾਂ, ਪਤਾ ਲੱਗ ਜਾਂਦਾ। ਪਹਿਲੇ ਦਿਨ ਜਿਹੜਾ ਬੰਦਾ ਝੂਠਾ ਸਤਿਕਾਰ ਕਰਦਾ ਹੈ ਨਾ, ਉਹ ਸਤਿਕਾਰ ਫਿਰ ਅਗਲੇ ਦਿਨ ਪਤਾ ਲੱਗ ਜਾਂਦਾ ਇਹ ਝੂਠਾ ਹੀ ਸੀ। ਪਰ ਜਿਹੜਾ ਸੱਚਾ ਸਤਿਕਾਰ ਹੈ, ਸੱਚਾ ਦਿਲੋਂ, ਉਹ ਪਹਿਲੇ ਦਿਨ ਭਾਵੇਂ ਥੋੜਾ ਹੋਏ ਪਰ ਅੰਤਮ ਦਿਨ ਤੱਕ ਉਹੋ ਜਿਹਾ ਹੀ ਰਹਿੰਦਾ, ਉਹ ਬਦਲਦਾ ਨਹੀਂ ਹੈ, ਬਦਲਦਾ ਨਹੀਂ ਹੈ। ਪਰ ਉਹਨੇ ਦੇਖਿਆ ਦੂਸਰੇ ਦਿਨ, ਤੀਸਰੇ ਦਿਨ ਉਹੀ ਸਤਿਕਾਰ, ਮੰਨ ਗਿਆ ਕਿ ਵਾਕਈ ਕਿ ਗੁਰੂ ਦੀ ਕਲਾ ਵਰਤ ਰਹੀ ਹੈ। ਪਰ ਉਹਦੇ ਅੰਦਰ ਪਰੇਸ਼ਾਨੀ ਸੀ, 2 ਦਿਨ ਸੁੱਤਾ ਵੀ ਨਹੀਂ ਉਹ। ਤੇ ਜਾਣ ਲੱਗਿਆ ਉਹਨਾਂ ਨੂੰ ਪੁੱਛ ਲਿਆ ਕਿ ਤੂੰ ਪਰੇਸ਼ਾਨ ਆਇਆ ਸੀ, ਪਹਿਲੀ ਵਾਰ ਦੇਖਿਆ ਕੋਈ ਗੁਰੂ ਦਰ ਤੋਂ ਆਇਆ ਹੋਏ ਤੇ ਪਰੇਸ਼ਾਨ ਹੋਏ, ਕਾਰਨ ਕੀ ਹੈ? ਕਹਿੰਦਾ ਮੈਂ
ਲੱਖਾਂ ਦੇ ਕੇ ਆਇਆ ਗੁਰੂ ਨੂੰ ਸੇਵਾ ਦੇ ਵਿੱਚ। ਤੇ ਮੈਨੂੰ ਸੀ ਕਿ ਗੁਰੂ ਸਾਹਿਬ ਪਤਾ ਨਹੀਂ ਕੀ ਕੁਛ ਦੇਣਗੇ ਮੈਨੂੰ ਬਦਲੇ 'ਚ। ਕਹਿੰਦੇ ਕੀ ਦਿੱਤਾ? ਕਹਿੰਦੇ 2 ਬਚਨ, ਖੁਸ਼ੀਆਂ ਤੇ ਅਸੀਸਾਂ, ਬਸ। ਕਹਿੰਦੇ ਤੂੰ ਕਿੰਨੇ ਦੇ ਕੇ ਆਇਆ? ਕਹਿੰਦੇ ਇੰਨੇ ਲੱਖ। ਉਹ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ, ਇੰਨੇ ਲੱਖ। ਗਹਿਣੇ ਗੱਟੇ ਕੱਢੇ ਉਹਨਾਂ ਨੇ, ਸਲਾਹ ਕੀਤੀ, ਉਹ ਗਿਰਵੀ ਰੱਖੇ ਤੇ ਕੁਝ ਪੈਸਾ ਫੜਿਆ ਤੇ ਉਹਨੇ ਤੇ ਨਹੀਂ ਹੋ ਸਕੇ, ਉਸ ਤੋਂ ਅੱਧੇ ਹੋ ਗਏ। ਉਹ ਕਹਿੰਦੇ ਇੱਕ ਕੰਮ ਕਰ, ਤੂੰ ਨਿਰਾਸ਼ ਹੋ ਕੇ ਨਾ ਜਾ, ਗੁਰੂ ਦਰ ਤੇ ਆਇਆ ਸੀ। ਕਹਿੰਦੇ ਆ ਅੱਧੇ ਪੈਸੇ ਹੋਏ ਆ, ਇਹ ਲੈ ਜਾ ਤੇ ਜੋ ਗੁਰੂ ਨੇ ਤੈਨੂੰ ਦੇਤਾ ਨਾ ਸਾਨੂੰ ਦੇ ਜਾ। ਤੇ ਅਸੀਂ ਵਾਅਦਾ ਕਰਦੇ ਹਾਂ ਕਿ ਜਦ ਤੈਨੂੰ ਪੈਸਿਆਂ ਦੀ ਹੋਰ ਲੋੜ ਪਈ, ਜਿਹੜੇ ਤੇਰੇ ਬਾਕੀ ਬਕਾਇਆ ਨੇ ਤੈਨੂੰ ਜ਼ਰੂਰ ਦੇਵਾਂਗੇ, ਤੇਰਾ ਵਾਪਸ ਦੇਵਾਂਗੇ ਤੇਰਾ ਬਕਾਇਆ। ਪਰ ਜੋ ਤੂੰ ਨਿਰਾਸ਼ ਨਾ ਹੋ, ਤੂੰ ਆ ਲੈ ਜਾ ਜਿੰਨਾ ਸਾਡੇ ਤੋਂ ਹੋਇਆ, ਪਰ ਆ ਖੁਸ਼ੀਆਂ ਤੇ ਅਸੀਸਾਂ ਸਾਨੂੰ ਦੇ ਜਾ। ਕਹਿੰਦਾ ਇਸ ਤੋਂ ਵਧੀਆ ਤੇ ਸੌਦਾ ਕੋਈ ਨਹੀਂ, ਮੈਨੂੰ ਕਿਹੜੀ ਕਮੀ ਪਈ ਹੈ, ਇਹ ਵੀ ਠੀਕ ਹੈ। ਮੈਂ ਆਪਣੇ ਪਿਤਾ ਦਾ ਵੀ ਫਰਜ਼ ਨਿਭਾ ਲਿਆ, ਮੈਂ ਦੇ ਆਇਆ ਸੀ ਇੱਕ ਵਾਰੀ, ਠੀਕ ਹੈ। ਹੁਣ ਨਹੀਂ ਬਣੀ ਗੱਲ, ਨਹੀਂ ਬਣੀ। ਕਹਿੰਦਾ ਠੀਕ ਆ, ਮੈਨੂੰ ਦੇ ਦਿਓ ਆ ਜਿਹੜੀ ਗੁਰੂ ਨੇ ਖੁਸ਼ੀਆਂ ਤੇ ਅਸੀਸਾਂ ਦਿੱਤੀਆਂ ਤੁਹਾਨੂੰ। ਉਹ ਬੰਦਾ ਚਲਾ ਗਿਆ। ਸਾਲ ਦਰ ਸਾਲ ਉਹਦਾ ਸਾਰਾ ਕਾਰੋਬਾਰ ਉੱਜੜ ਗਿਆ, ਜ਼ਮੀਨ ਤੇ ਆ ਗਿਆ। ਮਨ 'ਚ ਆਇਆ ਪੈਸੇ ਲੈਣੇ ਸੀ ਉਹਨਾਂ ਕੋਲੋਂ, ਪੈਸੇ ਹੀ ਲੈ ਆਵਾਂ। ਉੱਥੇ ਜਾ ਕੇ ਦੇਖਦਾ ਜਿਹੜੇ ਕੱਖਾਂ ਦੀ ਕੁਲੀ 'ਚ ਰਹਿੰਦੇ ਸੀ, ਅੱਜ ਸਾਰਾ ਪਿੰਡ ਉਹਨਾਂ ਦਾ, ਸਾਰਾ ਪਿੰਡ ਉਹਨਾਂ ਦਾ। ਹੈਰਾਨ ਹੋ ਗਿਆ, ਇਹ ਕਿਵੇਂ? ਕਹਿੰਦੇ ਬਸ ਜਿਹੜਾ ਤੂੰ ਲੈ ਕੇ ਆਇਆ ਸੀ ਸਾਨੂੰ ਦੇਤਾ, ਸਾਨੂੰ ਮਹਾਰਾਜ ਜੀ ਨੇ ਇਹਨਾਂ ਪਿੰਡਾਂ ਦਾ ਬਾਦਸ਼ਾਹ ਬਣਾਤਾ। ਤੈਨੂੰ ਇਹ ਲੱਗਿਆ ਦੌਲਤ ਹੀ ਸਭ ਕੁਝ ਹੁੰਦੀ ਹੈ, ਪਰ ਤੈਨੂੰ ਇਹ ਨਹੀਂ ਪਤਾ ਗੁਰੂ ਦੇ ਦਰ ਦਾ ਇਹ ਬਚਨ ਹੈ, ਦੌਲਤ ਸਦਾ ਰਹਿਣ ਵਾਲੀ ਨਹੀਂ ਹੈ, ਨਾਲ ਇਹ ਛਲ ਕਰੇਗੀ। ਪਰ ਗੁਰੂ ਦੀ ਅਸੀਸ ਤੇ ਗੁਰੂ ਦੀ ਖੁਸ਼ੀ ਨੂੰ ਲੱਖਾਂ ਕਰੋੜਾਂ ਵੀ ਇਕੱਠੇ ਹੋ ਜਾਣ ਤੇ ਉਹ ਸਿੱਖ ਕੋਲੋਂ ਖੋ ਨਹੀਂ ਸਕਦੇ। ਗੁਰ ਕਾ ਬਚਨ ਬਸੈ। ਇਸ ਹੈਰਾਨ ਹੋਇਆ। ਖੈਰ ਸੁਲਾ ਹੁਣ ਸਾਖੀ ਅੱਗੇ ਬਹੁਤ ਚੱਲਦੀ ਹੈ। ਉਹਨੇ ਭੁੱਲ ਬਖਸ਼ਵਾਈ ਸਿੱਖਾਂ ਨੂੰ ਨਾਲ ਲੈ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ। ਪਰ ਗੁਰੂ ਸਾਹਿਬ ਛੇਤੀ ਕਿੱਥੇ ਖੁਸ਼ੀਆਂ ਤੇ ਅਸੀਸਾਂ ਥੋੜੀ ਦੇਣ ਵਾਲੇ ਹੁਣ ਦੁਬਾਰਾ। ਹੁਣ ਇਹ ਵਸਤੂ ਉਸੇ ਭਾਂਡੇ 'ਚ ਟਿਕਣੀ ਹੈ ਜਿਸ ਭਾਂਡੇ ਦੇ ਅੰਦਰ ਦਮ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ ਕਵੀ ਆਇਆ ਚੰਦਨ, ਬੜਾ ਅਹੰਕਾਰ ਤੇ ਹਉਮੈ 'ਚ ਲਦਿਆ ਹੋਇਆ। ਮਹਾਰਾਜ ਮੈਂ ਕਵਿਤਾ ਸੁਣਾਉਣੀ ਹੈ। ਸਤਿਗੁਰੂ ਜੀ ਕਹਿੰਦੇ ਜੀ ਸਤਿਕੇ ਸੁਣਾਓ, ਬਿਲਕੁਲ ਸੁਣਾਓ, ਪਰ ਔਖਾ ਜਾ ਹੋਏ, ਇੱਧਰ ਉੱਧਰ ਜਾ ਹੋਏ। ਮਹਾਰਾਜ ਕਹਿੰਦੇ ਸੁਣਾਉਂਦੇ ਨਹੀਂ, ਆਓ ਜਿੱਥੇ ਕਵੀਆਂ ਦਾ ਥਾਂ ਬਣਿਆ ਉੱਥੇ ਖੜੋ, ਖਾਸ ਥਾਂ ਸੀ ਨੀਅਤ ਕਵੀਆਂ ਵਾਸਤੇ, ਤੁਸੀਂ ਖੜੋ ਤੇ ਸਾਰਿਆਂ ਨੂੰ ਮੁਖਾਤਿਬ ਹੋਵੋ। ਕਹਿੰਦੇ ਮੈਂ ਇਹਨਾਂ ਨੂੰ ਕੀ ਮੁਖਾਤਿਬ ਹੋਵਾਂ? ਕਵੀਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਮੈਂ ਇਹਨਾਂ ਨੂੰ ਕੀ ਮੁਖਾਤਿਬ ਹੋਵਾਂ? ਗੁਰੂ ਸਾਹਿਬ ਕਹਿੰਦੇ ਕਿਉਂ? ਕਹਿੰਦੇ ਇਹ ਮੇਰੀ ਕਵਿਤਾ ਦੇ ਅਰਥ ਨਹੀਂ ਸਮਝ ਸਕਦੇ, ਇਹ ਨਹੀਂ ਸਮਝ ਸਕਦੇ, ਇਹ ਨਹੀਂ ਜਾਣ ਸਕਦੇ। ਮਹਾਰਾਜ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਤੁਮਰੇ ਜੈਸੇ ਕਵੀ ਵਿਚਾਰਨ ਹਮਰੇ ਕਾਹੀ ਕਰੇ ਉਚਾਰਨ। ਕਹਿੰਦੇ ਤੂੰ ਚੰਦਨ ਇੰਨਾ ਮਾਣ ਨਾ ਕਰ, ਤੂੰ ਇਹ ਕਹਿੰਦਾ ਇਹ 52 ਕਵੀ ਨੇ, ਤੂੰ ਇਹਨਾਂ ਨੂੰ ਕਹਿੰਦਾ ਕਿ ਇਹ ਤੇਰੀ ਕਵਿਤਾ ਦੇ ਅਰਥ ਨਹੀਂ ਕਰ ਸਕਦੇ। ਜੇ ਅਸੀਂ ਆਪਣੇ ਘਰ ਚੋਂ ਕੋਈ ਘਾਈ ਕੱਢ ਕੇ ਲੈ ਆਈਏ ਨਾ, ਘਾਈ ਚੱਕ ਕੇ ਲੈ ਆਈਏ, ਘਾਈਏ ਨੂੰ ਬੁਲਾ ਲਈਏ ਜਿਹੜਾ ਘਾਹ ਵੱਢਣ ਵਾਲਾ, ਪੱਠੇ ਵੱਢਣ ਵਾਲਾ, ਉਹ ਵੀ ਤੇਰੇ ਕਵਿਤਾ ਦੇ ਅਰਥ ਕਰ ਦੇਗਾ। ਹੈਂ, ਦੰਬ ਰਹਿ ਗਿਆ ਚੰਦਨ। ਇਹ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿਤਾ ਕਿ ਤੁਮਰੇ ਜੈਸੇ ਕਵੀ ਉਚਾਰਨ ਵਿਚਾਰਨ ਹਮਰੇ ਘਾਈ ਕਰੈ ਉਚਾਰਨ। ਸਾਡੇ ਘਰ ਦੇ ਘਾਈਏ ਕਰ ਦੇਣਗੇ, ਤੂੰ ਕਵਿਤਾ ਸੁਣਾ ਤੇ ਸਹੀ। ਉਹਨੇ ਫਿਰ ਕਵਿਤਾ ਸੁਣਾਈ। ਉਹਨੇ ਕਿਹਾ ਨਵਸਾਤ ਤੀਏ ਨਵਸਾਤ ਪੀਏ, ਨਵਸਾਤ ਤੀਏ ਨਵਸਾਤ ਕੀਏ, ਨਵਸਾਤ ਪੀਏ ਨਵਸਾਤ ਪਿਆਏ, ਨਵਸਾਤ ਰਚੇ ਨਵਸਾਤ ਬਦੇ, ਨਵਸਾਤਨ ਕੇ प्रिय अंक लगाए, जीत कला नवसातन की, नवसातन कै मुख अंचल छाए। अगे कहंदा मानो मेघ कै मंडल में, कब
ਚੰਦਨ ਚੰਦ ਕਲੈ ਵਰਤਾਏ। ਕਹਿੰਦੇ ਦੱਸੋ ਹੁਣ। ਉਹਨੂੰ ਇਹ ਲੱਗਿਆ ਕਿ ਵਾਹ ਵਾਹੀ ਹੋਏਗੀ ਸਾਰੇ ਦਰਬਾਰ ਦੇ ਵਿੱਚ, ਜਿਹੋ ਜਿਹਾ ਮੈਂ ਅਲੰਕਾਰ ਘੜਤਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਨਵਸਾਤ ਤੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪੀਆਏ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਬਸ 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 ਰੁਕ ਜਾ। ਕਹਿੰਦੇ ਅੱਜ ਘਾਈਆ ਕੌਣ ਹੈ ਸੇਵਾ ਕਰਨ ਵਾਲਾ? ਕਹਿੰਦੇ ਜੀ ਅੱਜ ਨਸ਼ਹਿਰੇ ਪਨੂਆ ਦਾ ਭਾਈ ਧੰਨਾ ਲੱਗਿਆ ਹੋਇਆ। ਕਹਿੰਦੇ ਨਸ਼ਹਿਰੇ ਪਨੂਆ ਦਾ? ਮਹਾਰਾਜ ਕਹਿੰਦੇ ਬੁਲਾ ਕੇ ਲਿਆਓ। ਹੁਣ ਉਹਦੇ ਕੋਲ ਗੁਰੂ ਕੇ ਸਿੱਖ ਗਏ ਤੇ ਉਹ ਜਾਲੀ ਚੱਕੀ ਬੈਠਾ ਸੀ, ਹੱਥ 'ਚ ਦਾਤੀ ਸੀ। ਹੁਣ ਇਹ ਸਾਡੇ ਸ਼ਹਿਰੀ ਬੱਚਿਆਂ ਨੂੰ ਨਹੀਂ ਪਤਾ ਕਿਹੜੀ ਜਾਲੀ, ਦਾਤਰੀ ਕਿਹਨੂੰ ਕਹਿੰਦੇ, ਦਾਤੀ ਕਿਹਨੂੰ ਕਹਿੰਦੇ ਆ, ਜਾਂ ਖੁੰਡਾ ਕਿਹਨੂੰ ਕਹਿੰਦੇ ਆ। ਆ ਜਿਹਨੇ ਪੱਠੇ ਵੱਡੇ ਹੋਣ ਉਹਨਾਂ ਨੂੰ ਪਤਾ ਹੋਏ। ਉਹ ਕਹਿੰਦੇ ਕਿ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਸਾਦੇ ਨੇ। ਕਹਿੰਦਾ ਮੈਂ ਸਵੇਰੇ ਦਰਸ਼ਨ ਕਰ ਆਇਆ, ਆਸਾ ਕੀ ਵਾਰ ਸਰਵਣ ਕਰ ਆਇਆ, ਕੀਰਤਨ ਕਥਾ ਸਭ ਕੁਝ। ਭੁਲੇਖਾ ਲੱਗ ਰਿਹਾ ਤੁਹਾਨੂੰ? ਕਹਿੰਦੇ ਨਹੀਂ, ਗੁਰੂ ਨੇ ਬੁਲਾਇਆ। ਉਹ ਜਿਵੇਂ ਸੀ ਉਹਦੇ ਲੀੜੇ ਕੱਪੜਿਆਂ ਤੇ ਚਿੱਕੜ, ਕਿਉਂਕਿ ਘਾਈਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘੋੜਿਆਂ ਦਾ, ਨੀਲੇ ਨੂੰ ਐਨ ਲਸ਼ਕਾ ਕੇ ਰੱਖਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਰਸ਼ ਕਦੀ ਨਹੀਂ ਗਿੱਲਾ ਹੋਣ ਦਿੰਦਾ ਸੀ। ਭਾਈ ਧੰਨੇ ਦੀ ਸ਼ੋਭਾ ਬੜੀ ਹੈ ਜੀ। ਗੁਰਬਿਲਾਸ ਪਾਤਸ਼ਾਹੀ 10ਵੀਂ 'ਚ ਵੀ ਹੈ ਕਿ ਜਿੰਨੀ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘੋੜਿਆਂ ਦੀ ਸੇਵਾ ਕੀਤੀ ਸ਼ਿੱਦਤ ਨਾਲ, ਇੰਨੀ ਸੇਵਾ ਨਹੀਂ ਕੋਈ ਕਰ ਸਕੇ। ਕਰਨ ਵਾਲੇ ਬਹੁਤ ਸਨ, ਪਰ ਭਾਈ ਧੰਨੇ ਨੇ ਬੜੀ ਸ਼ਿੱਦਤ ਨਾਲ ਕੀਤੀ। ਹੱਥ 'ਚ ਖੁੰਡੀ ਦਾਤੀ ਫੜੀ, ਜਾਲੀ ਫੜੀ ਤੇ ਨਾਲ ਕੱਖ ਸੀ ਲੈ, ਉਹਦੇ ਸਮੇਤ ਹੀ ਦਰਬਾਰ 'ਚ ਪਹੁੰਚ ਗਿਆ। ਮਹਾਰਾਜ ਜੀ ਨੂੰ ਨਤਮਸਤਕ ਹੁੰਦਾ, ਸਤਿਗੁਰੂ ਜੀ ਨੂੰ ਕਹਿੰਦਾ ਸਤਿਗੁਰੂ ਜੀ ਹੁਕਮ, ਤੁਸੀਂ ਸੱਦਿਆ। ਹੁਣ ਜਦ ਚੰਦਨ ਨੇ ਦੇਖਿਆ ਕਿ ਇਹਦੇ ਕੱਪੜੇ ਲੀੜਿਆਂ ਤੇ ਚਿੱਕੜ ਲੱਗਾ, ਇਹ ਘਾਹ ਵੱਢਣ ਵਾਲਾ ਘਾਈ ਸਮੇਤ ਦਾਤਰ, ਇਹਨੂੰ ਇਹ ਨਹੀਂ ਪਤਾ ਦਰਬਾਰ 'ਚ ਆਈ ਦਾ ਕਿਵੇਂ, ਉਵੇਂ ਹੀ ਆ ਗਿਆ। ਕਹਿੰਦਾ ਇਹ ਕੀ ਅਰਥ ਕਰੇਗਾ? ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਚੰਦਨ ਹੁਣ ਬੋਲੋ, ਜੋ ਤੁਸੀਂ ਬੋਲਿਆ ਸੀ ਹੁਣ ਇਹ ਕਰੇਗਾ। ਧੰਨਾ ਕਹਿੰਦਾ ਮਹਾਰਾਜ ਕੀ ਹੋਇਆ? ਕਹਿੰਦਾ ਚੰਦਨ ਜਿਹੜੀ ਕਵਿਤਾ ਬੋਲੇਗਾ ਉਹਦੇ ਅਰਥ ਤੁਸੀਂ ਕਰਨੇ। ਭਾਈ ਧੰਨਾ ਜੀ ਕਹਿੰਦੇ ਮਹਾਰਾਜ ਕਹਾ ਕਿਹੋ ਜਿਹਾ ਮੈਨੂੰ ਪੁੱਛ ਲਓ, ਕੱਚਾ ਪੱਕਾ ਮੈਂ ਦੱਸ ਸਕਦਾ, ਘੋੜਿਆਂ ਦੀ ਨਸਲਾਂ ਬਾਰੇ ਮੈਂ ਦੱਸ ਸਕਦਾ, ਜ਼ਮੀਨ ਸੁੱਕੀ ਕਿਵੇਂ ਰੱਖਣੀ ਹੈ, ਘੋੜਿਆਂ ਦੀ ਸੇਵਾ ਕਿਵੇਂ ਕਰਨੀ ਹੈ, ਕਿਹੜਾ ਚਾਰਾ ਪਾਉਣਾ ਹੈ, ਕਿਸ ਸਮੇਂ ਦਾ ਪਾਉਣਾ ਹੈ, ਕਿਸ ਵੇਲੇ ਦਾ ਪਾਉਣਾ ਹੈ, ਉਹ ਮੈਂ ਦੱਸ ਸਕਦਾ। ਮਹਾਰਾਜ ਜੀ ਕਵਿਤਾਵਾਂ ਦਾ ਮੇਰਾ ਕਿਹੜਾ ਕੰਮ ਹੈ? ਨਾ ਮੈਂ ਕੀਤੀ ਤੇ ਨਾ ਮੈਂ ਜਾਣਦਾ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ ਧੰਨਾ ਤੁਸੀਂ ਅੱਜ ਕਰ ਦੋਗੇ। ਭਾਈ ਧੰਨਾ ਜੀ ਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਮਸਤਕ ਰੱਖਿਆ, ਇੱਕ ਬਚਨ ਕੀਤਾ। ਸਤਿਗੁਰੂ ਜੀ ਫਿਰ ਜ਼ੁਬਾਨ ਭਾਈ ਧੰਨੇ ਦੀ ਹੋਏਗੀ, ਗਿਆਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡਾ ਹੋਏਗਾ। ਬਸ ਆਹ ਗੱਲ ਕੀਤੀ ਉਹਨੇ ਕਿ ਜ਼ੁਬਾਨ ਮੇਰੀ ਹੋਏਗੀ, ਮੂੰਹ ਮੇਰਾ ਹੋਏਗਾ, ਪਰ ਬਚਨ ਤੁਹਾਡੇ ਹੋਣਗੇ। ਸਤਿਗੁਰੂ ਜੀ ਮੇਰੇ ਵੱਸ ਦਾ ਨਹੀਂ। ਚੰਦਨ ਨੂੰ ਕਿਹਾ ਬੋਲੋ ਹੁਣ। ਉਹਨੇ ਫਿਰ ਬੋਲਿਆ ਨਵਸਾਤ ਤੀਏ, ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪੀਆਏ, ਨਵਸਾਤ ਰਚੇ, ਨਵਸਾਤ ਬਦੇ, ਨਵਸਾਤਨ ਕੇ ਮਹਿ ਬੇਦ ਭਜਾਏ। ਉਸ ਤੋਂ ਬਾਅਦ ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੈ ਮੁਖ ਅੰਚਰ ਛਾਏ। ਕਹਿੰਦੇ ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇ ਵਰਸਾਏ। ਹੁਣ ਭਾਈ ਧੰਨਾ ਬੜਾ ਮੁਸਕਰਾਇਆ, ਹੱਸਣ ਲੱਗ ਗਿਆ। ਹੁਣ ਚੰਦਨ ਵੇਖੇ ਨੂੰ ਹੋਇਆ ਕੀ ਹੈ? ਧੰਨਾ ਕਹਿੰਦਾ ਇਹਦੇ ਵਿੱਚ ਹੈ ਕਿਹੜਾ, ਤੂੰ ਕਿਹੜਾ ਇਹਦੇ ਵਿੱਚ ਬੜੀ ਗਿਆਨ ਦੀ ਗੱਲ ਕਰਤੀ ਹੈ, ਇਹ ਕੀ ਹੈ? ਇਹਦੇ ਵਿੱਚ ਤੇ ਕੱਖ ਵੀ ਗਿਆਨ ਦਾ ਨਹੀਂ ਹੈ। ਕਹਿੰਦੇ ਇਹਦਾ ਕੀ ਮਤਲਬ? ਕਹਿੰਦਾ ਇਹ ਕੀ ਹੈ? ਕਹਿੰਦੇ ਇਹ ਕੋਈ ਸ਼ੋਭਾ ਹੈ ਗੁਰੂ ਦੀ? ਕਹਿੰਦੇ ਇਹ ਕੋਈ ਗੱਲ ਹੈ ਗੁਰੂ ਦੇ ਦਰ ਤੇ ਸੁਣਾਉਣ ਵਾਲੀ? ਕਹਿੰਦੇ ਕਰ ਫਿਰ ਅਰਥ। ਧੰਨਾ ਕਹਿੰਦਾ ਕੁਛ ਵੀ ਨਹੀਂ ਹੈ। ਕਹਿੰਦਾ ਬਸ ਗਿਣਤੀ ਯਾਦ ਰੱਖੋ, ਨਵ ਸਾਤ, ਨਵ ਕਹਿੰਦੇ 9, ਸੱਤ ਕਹਿੰਦੇ 7, ਸਾਤ ਕਹਿੰਦੇ 7 ਨੂੰ, 9 ਤੇ 7 16, 16 ਨਵਸਾਤ ਤੀਏ, 16 ਸਾਲ ਦੀ 30ਵੀਂ ਵੋਟੀ। ਨਵਸਾਤ ਕੀਏ, 16 ਉਹਨੇ ਸ਼ਿੰਗਾਰ ਕੀਤੇ। ਨਵਸਾਤ ਪੀਏ, ਪੀਏ ਉਹਦਾ ਪਤੀ, ਕਹਿੰਦੇ ਪਤੀ ਵੀ 16 ਸਾਲ ਦਾ। ਨਵਸਾਤ ਪੀ ਆਏ, 16 ਮਹੀਨਿਆਂ ਬਾਅਦ ਉਹ ਵਾਪਸ ਆਇਆ ਤੇ ਨਵਸਾਤ ਰਚੇ। ਕਹਿੰਦੇ ਉਹਨਾਂ ਨੇ ਇਹ ਸ਼ਰਤ ਲਾਈ ਕਿ 16 ਜਿਹੜੇ ਚੌਕੜ ਦੀ ਖੇਡ ਹੁੰਦੀ ਹੈ ਨਾ, 16 ਚੌਪੜ ਦੀ ਖੇਡ ਖੇਡਦੇ ਆ ਜਿਹਨੂੰ ਸ਼ਤਰੰਜ ਕਹਿੰਦੇ ਆ। ਨਵਸਾਤ ਰਚੇ, ਕਹਿੰਦੇ ਇੱਕ ਵਾਰੀ ਨਹੀਂ 16 ਵਾਲੀ ਖੇਲਾਂਗੇ। ਨਵਸਾਤ ਵਧੇ ਕਿ ਇਸ 16 ਚੌਪੜਾਂ ਦੀ ਖੇਡਾਂ ਨੂੰ 16 ਵਾਲੀ ਖੇਡਾਂਗੇ। ਜਿਹੜੀ 16ਵੀਂ ਵਾਰੀ ਜਿੱਤ ਜਾਏਗਾ ਉਹ ਜੇਤੂ ਹੋਏਗਾ।
ਪਰ 16ਵੀਂ ਵਾਰੀ ਨਵਸਾਤਨ ਕੇ ਪ੍ਰੇ ਅੰਕ ਲਾਏ। ਕਹਿੰਦੇ ਜਿਹੜੀ 16ਵੀਂ ਵਾਰੀ ਸੀ ਉਹ ਪਤੀ ਜਿੱਤ ਗਿਆ। ਕਹਿੰਦੇ ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੈ ਮੁਖ ਅੰਚਰ ਲਾਏ। ਨਵਸਾਤਨ ਕੀ ਕਲਾ ਹੈ ਚੰਦਰਮਾ। ਕਹਿੰਦੇ ਨਵਸਾਤਨ ਚੰਦਰਮਾ ਨੂੰ ਵੀ ਕਿਹਾ। ਚੰਦਰਮਾ ਦੀ ਚਾਨਣੀ ਦੀ ਤਰ੍ਹਾਂ ਕਹਿੰਦੇ ਜਿਸ ਵੇਲੇ ਪਤੀ ਜਿੱਤਿਆ ਤੇ ਪਤਨੀ ਦਾ ਚਿਹਰਾ ਇਵੇਂ ਖਿੜ ਗਿਆ ਜਿਵੇਂ ਚੰਦਰਮਾ ਖਿੜ ਰਿਹਾ ਹੁੰਦਾ ਹੈ, ਜਿਵੇਂ ਚੰਦਰਮਾ ਦੀ ਚਾਂਦਨੀ ਹੁੰਦੀ ਹੈ। ਕਹਿੰਦੇ ਕਿ ਅਗਲਾ ਬਚਨ ਕਹਿੰਦੇ ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇ ਵਰਸਾਏ। ਕਹਿੰਦੇ ਪਤਨੀ ਦਾ ਚਿਹਰਾ ਇਉਂ ਖਿੜ ਰਿਹਾ ਸੀ, ਉਹਨੇ ਐ ਪਤਲੀ ਚੁੰਨੀ ਲੈ ਕੇ ਆਪਣੇ ਦੰਦਾਂ ਵਿੱਚ ਫਸਾਇਆ ਜਿਸ ਤਰ੍ਹਾਂ ਬੱਦਲਾਂ ਦੇ ਵਿੱਚੋਂ ਚੰਦਰਮਾ ਦਿਸਦਾ ਹੈ। ਕਹਿੰਦੇ ਉਸ ਤੀਵੀਂ ਦਾ ਚਿਹਰਾ ਇਉਂ ਚਮਕਦਾ ਸੀ ਜਿਵੇਂ ਚੁੰਨੀ ਦੇ ਵਿੱਚੋਂ ਚੰਦਰਮਾ ਚਮਕਦਾ ਹੋਏ, ਭਾਵੇਂ ਬੱਦਲਾਂ ਵਿੱਚੋਂ ਚੰਦਰਮਾ ਚਮਕਦਾ ਹੋਏ। ਕਹਿੰਦੇ ਇਹਦੇ ਵਿੱਚ ਕਿਹੜਾ ਤੂੰ ਕੱਦੂ 'ਚ ਤੀਰ ਮਾਰਤਾ। ਕਹਿੰਦੇ ਆ ਰਹੀ ਤੇਰੀ ਕਵਿਤਾ, ਆ ਫੜ ਤੂੰ ਆਪਣੇ ਅਰਥ। ਹੁਣ ਹੈਰਾਨ ਹੋ ਗਿਆ ਚੰਦਨ ਕਿ ਇੱਕ ਘਾਈ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ ਖੜੇ ਹੋ ਕੇ ਚੰਦਨ ਵਰਗੇ ਕਵੀ ਦੇ ਸੱਚੀ ਮੁੱਚੀ ਖਿਲਾਰ ਦਿੱਤਾ, ਉਹਨੂੰ ਉਹਦੀ ਹਉਮੈ ਨੂੰ ਤੋੜ ਦਿੱਤਾ। ਹੈ ਵਿਦਵਤਾ ਵਾਲੀ ਗੱਲਾਂ ਨੇ, ਪਰ ਹਾਜ਼ਰੀ ਕਿੰਨੀ ਹੈ, ਸੁਰਤ ਕਿੰਨੀ ਹੈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਕਿ ਚੰਦਨ ਤੂੰ ਤੇ ਆਪਣਾ ਸੁਣਾਤਾ ਹੈ, ਹੁਣ ਜਿਹੜਾ ਭਾਈ ਧੰਨਾ ਸੁਣਾਏਗਾ ਉਹਦੇ ਅਰਥ ਕਰਕੇ ਦਿਖਾ। ਹੁਣ ਭਾਈ ਧੰਨਾ, ਮਹਾਰਾਜ ਮੈਂ ਕਿੱਥੋਂ? ਮਹਾਰਾਜ ਕਹਿੰਦੇ ਤੂੰ ਕਰ ਰਚ ਕਵਿਤਾ ਹੁਣੇ ਹੀ, ਤੇ ਹੁਣੇ ਹੀ ਪਾ ਬਾਜੀ, ਦੇਖ ਇਹ ਅਰਥ ਕਰਦਾ ਕਿ ਨਹੀਂ ਕਰਦਾ। ਇਹਦੇ ਅਰਥ ਹੁਣ ਕੱਲ ਕਰਾਂਗੇ। ਉਹ ਕਿਹੜੀ ਕਵਿਤਾ ਸੀ ਜਿਹੜੀ ਭਾਈ ਧੰਨੇ ਨੇ ਅੱਗੋਂ ਪਾਈ ਕਿ ਸਤਿਗੁਰੂ ਜੀ ਨੇ ਭਰੇ ਦਰਬਾਰ ਦੇ ਵਿੱਚ ਖੜੇ ਪੈਰ ਕਵੀ ਤਿਆਰ ਕੀਤੇ ਨੇ, ਕਿ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਕਵੀਆਂ ਦੀ ਜਿਹੜੀ ਵਿੱਧ ਹੈ ਕੋਈ ਪਹਿਲਾਂ ਤਿਆਰ ਹੋ ਕੇ ਨਹੀਂ ਆਏ। ਆਪਾਂ ਕੱਲ ਇਹ, ਕਿਉਂਕਿ ਇਹ ਮਹਾਰਾਜ ਜੀ ਦਾ ਬਚਨ ਪੜ੍ਹਿਓ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਇੱਕ ਮੂਰਖ ਨੂੰ ਵੀ ਚਤੁਰ ਬਣਾਉਣ ਵਾਲਾ ਗੁਰੂ ਹੈ। ਜੇ ਗੁਰੂ ਦੀ ਕਿਰਪਾ ਹੋਏ ਤੇ ਇੱਕ ਅੰਧਲੇ ਤ੍ਰਿਭਵਨ ਸੂਝਿਆ, ਇਹ ਮਹਿਮਾ ਹੈ। ਤ੍ਰਿਣ ਮੇਰ ਦਿਖੀਤਾ, ਇੱਕ ਤਿਨਕੇ ਨੂੰ ਵੀ ਗੁਰੂ ਪਹਾੜ ਦਿਖਾ ਦਿੰਦੇ, ਪਹਾੜ ਵਰਗਾ ਬਣਾ ਦਿੰਦੇ ਆ। ਇਹ ਮਹਿਮਾ ਹੈ ਗੁਰੂ ਦੀ ਸੰਗਤ ਦੀ। ਅੱਜ ਦਾ ਸ਼ਬਦ ਸਤਿਗੁਰੂ ਜੀ ਦਾ, ਗੁਰੂ ਅਰਜਨ ਸਾਹਿਬ ਜੀ ਦਾ। ਸਾਹਿਬ ਜੀ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ ਪ੍ਰਭੂ ਦੀ ਬੰਦਗੀ। ਇਹ ਪੁੰਨ ਦਾਨ ਪੂਜਾ ਸਭ ਕੁਛ ਹੈ, ਪਰ ਇਹ ਕਿਵੇਂ ਪ੍ਰਾਪਤ ਹੋਏਗਾ? ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ। ਉਸ ਅਗਮ ਠਾਕੁਰ ਦੇ ਗੁਣ ਗਾਓ। ਗੁਣਾਂ ਵਿੱਚ ਸਾਰੀਆਂ ਦਾਤਾਂ ਪਈਆਂ ਨੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ। ਜਿਹਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਨਾ, ਉਹਦਾ ਫਿਰ ਪਿਛੋਕੜ ਨਹੀਂ ਦੇਖਦੇ, ਉਹਦੇ ਫਿਰ ਪਾਪ ਪੁੰਨ ਨਹੀਂ ਵਿਚਾਰੇ ਜਾਂਦੇ, ਉਹਦਾ ਫਿਰ ਵੱਡਾ ਛੋਟਾ ਨਹੀਂ ਵਿਚਾਰਿਆ ਜਾਂਦਾ। ਨਾਮ ਰਤਨ ਸੁਨ ਜਪ ਜਪ ਜੀਮਾ, ਹਰ ਨਾਨਕ ਕੰਠ ਮਝਾਰੇ। ਜਿਸ ਨੂੰ ਸਤਿਗੁਰ ਆਪਣੇ ਕੰਠ ਨਾਲ ਲਾ ਲੈਂਦੇ ਆ, ਇਹੀ ਨਿਸ਼ਾਨੀ ਹੈ ਕਿ ਉਹਦੇ ਕੰਠ ਤੇ, ਉਹਦੇ ਗਲੇ ਦੇ ਵਿੱਚ, ਉਹਦੇ ਜ਼ੁਬਾਨ ਦੇ ਉੱਤੇ ਉਸ ਪ੍ਰਭੂ ਦੀ ਉਸਤਤ ਹੁੰਦੀ ਹੈ। ਸਤਿਗੁਰ ਨੇ ਇਹ ਨਹੀਂ ਦੇਖਿਆ ਕਿ ਘਾਈ ਹੈ, ਕਿ ਕੋਈ ਕੌਣ ਹੈ, ਕਿੱਥੋਂ ਹੈ, ਵਿਦਵਾਨ ਹੈ, ਪੜ੍ਹਿਆ ਲਿਖਿਆ ਹੈ ਜਾਂ ਨਹੀਂ ਹੈ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਹੁਰ ਕਛ ਨਾ ਵਿਚਾਰੇ। ਸਤਿਗੁਰੂ ਨੇ ਜਿਹਨੂੰ ਆਪਣਾ ਕੀਤਾ, ਉਹਨੂੰ ਸਤਿਗੁਰੂ ਨੇ ਬੜੀਆਂ ਸ਼ੋਭਾ ਦਿੱਤੀਆਂ, ਬੜੀਆਂ ਉਸਤਤ ਦਿੱਤੀਆਂ, ਬੜੀਆਂ ਬਖਸ਼ਿਸ਼ਾਂ ਦਿੱਤੀਆਂ। ਕਿਉਂਕਿ ਵਿਦਿਆ ਵੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪਾਰਖੂ ਸਨ ਤੇ ਵਿਦਿਆ ਦੇ ਉੱਤੇ ਬਹੁਤ ਖੁਸ਼ ਹੋ ਕੇ ਧਨ ਦਿੰਦੇ ਸਨ, ਬਖਸ਼ਿਸ਼ਾਂ ਦਿੰਦੇ ਸਨ, ਖੁਸ਼ੀਆਂ ਦਿੰਦੇ ਸਨ। ਬਾਕੀ ਗੁਰੂ ਦੇ ਦਰਬਾਰ ਦੀ ਕਵਿਤਾਵਾਂ ਦੇ ਕੱਲ ਜਿੱਥੇ ਧੰਨੇ ਦੀ, ਭਾਈ ਧੰਨੇ ਦੀ ਕਰਾਂਗੇ, ਉੱਥੇ ਇੱਕ ਅੰਮ੍ਰਿਤ ਰਾਮ ਕਵੀ ਹੋਇਆ ਗੁਰੂ ਦੀ ਉਸਤਤ ਗਾਉਣ ਵਾਲਾ। ਉਹਦੀ ਕੱਲ ਨੂੰ ਵਿਚਾਰ, ਹੋਰ ਕਵੀਆਂ ਦੀ ਵਿਚਾਰ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆ, ਸ਼ਬਦੂ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ।
ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇਂ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ। ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਏ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।